दोए कोस पर टिक गुरु थके पंथ प्रस्थान। ਕਿਉਂਕਿ ਮਹਾਰਾਜ ਪੰਜਵੇਂ ਪਾਤਸ਼ਾਹ ਨੰਗੇ ਪੈਰੀ ਪੋਥੀਆਂ ਦੇ ਨਾਲ ਆ ਰਹੇ ਹਨ। ਸਿੱਖਾਂ ਨੇ ਮੋਢੇ ਤੇ ਪਾਲਕੀ ਚੁੱਕੀ ਹੋਈ ਹੈ ਤੇ ਗੁਰੂ ਸਾਹਿਬ ਪੋਥੀਆਂ ਦੇ ਚੌੜ ਕਰਦੇ ਹਨ। ਕਦੀ ਕਦੀ ਮਨ 'ਚ ਪ੍ਰੇਮ ਉਮੜਦਾ ਹੈ ਤੇ ਚਲਦੀ ਹੋਈ ਸੰਗਤ ਦੇ ਅੱਗੋਂ ਦੀ ਪਰਿਕਰਮਾ ਕਰਕੇ ਫਿਰ ਪਿੱਛੇ ਆ ਜਾਂਦੇ ਹਨ। ਸਿੱਖਾਂ ਨੇ ਪਾਲਕੀ ਰੋਕ ਲਈ। ਸੱਚੇ ਪਾਤਸ਼ਾਹ, ਆਪ ਤਾਂ ਗੁਰਬਾਣੀ ਦਾ ਸਤਿਕਾਰ ਕਰਦੇ ਹੋ, ਗੁਰਬਾਣੀ ਦੀ ਪਰਿਕਰਮਾ ਕਰਦੇ ਹੋ, ਨਾਲ ਸਾਡੇ ਸਰੀਰ ਦੀ ਵੀ ਹੋ ਰਹੀ ਹੈ। ਕਿਰਪਾ ਕਰੋ, ਆਪ ਪਰਿਕਰਮਾ ਆਪਣੀ ਰੋਕ ਲਵੋ। ਸੱਚੇ ਪਾਤਸ਼ਾਹ ਆਪਣੇ ਪ੍ਰੇਮ ਤੇ ਆਪਣੇ ਜਜ਼ਬਾਤਾਂ ਤੇ ਕਾਬੂ ਪਾ ਕੇ ਬੜੇ ਵੈਰਾਗ ਤੇ ਪ੍ਰੇਮ 'ਚ ਸ਼ਬਦ ਪੜ੍ਹਦੇ ਹੋਏ ਪੋਥੀਆਂ ਲੈ ਕੇ ਸ੍ਰੀ ਅੰਮ੍ਰਿਤਸਰ ਦੇ ਨੇੜੇ ਆ ਪਹੁੰਚੇ ਹਨ। ਸ੍ਰੀ ਅੰਮ੍ਰਿਤਸਰ ਤੋਂ 2 ਕੋ ਉਰੇ ਹੀ ਕੁਝ ਸਮੇਂ ਲਈ ਆਰਾਮ ਕਰਨ ਲਈ ਟਿਕੇ ਹਨ। ਕੀਨ ਭਲੇ ਵਿਸਰਾਮ ਕੋ ਹੋਇ ਸੁਚ ਥਿਤ ਤਿਸ ਸਥਾਨ। ਉੱਥੇ ਕੁਝ ਸਮਾਂ ਵਿਸਰਾਮ ਕੀਤਾ ਹੈ, 5 ਇਸ਼ਨਾਨਾ ਕੀਤਾ ਹੈ। ਚੌਪਈ ਤ੍ਰਿਗ ਮੁਦਰਤ ਕਰ ਠਾਨਿਓ ਧਿਆਨੋ। ਔਰ ਮਹਾਰਾਜ ਨੇਤਰ ਬੰਦ ਕਰਕੇ ਅੰਤਰਮੁਖੀ ਬਿਰਤੀ ਕਰਕੇ ਪੰਚਮ ਪਾਤਸ਼ਾਹ ਜੀ ਵਿਰਾਜਮਾਨ ਹੋਏ ਹਨ। ਧਿਆਨ ਲਾਇਆ ਹੈ। ਆਪਣਾ ਧਿਆਨ ਕਿੱਥੇ ਲਾਇਆ? ਜਿੱਥੇ ਨਿਰੰਕਾਰ ਪਰਮੇਸ਼ਰ ਦਾ ਵਾਸਾ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਾਹੀ ਤੇ ਠਾਉ। ਨਾ ਤਸਵੀਸ ਖਿਰਾਜ਼ ਨਾ ਮਾਲ, ਖੌਫ ਨਾ ਖਤਰਾ ਨਾ ਤਰਸ ਜਵਾਲ। ਉਹ ਜਿਹੜੀ ਬੇਗਮ ਗਮ ਤੋਂ ਰਹਿਤ ਅਵਸਥਾ ਹੈ, ਉਸ ਅਵਸਥਾ ਵਿੱਚ ਲੀਨ ਹੋ ਗਏ ਹਨ। ਬੈਠੇ ਨਿਸ਼ਚਲ ਗਿਆਨ ਨਿਧਾਨੋ। ਗਿਆਨ ਦੇ ਸਮੁੰਦਰ ਸ੍ਰੀ ਗੁਰੂ ਪੜਤਾਲੀ ਜੀ ਬੋਲਣ ਲੱਗ ਪਈ। ਇਹਨੂੰ ਕੀ ਹੋ ਗਿਆ? ਮੂੰਹ ਜੀ ਪੈਣ ਲੱਗ ਪਈ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਵਿਰਾਜਮਾਨ ਹੋਏ ਹਨ, ਧਿਆਨ ਲਾ ਕੇ ਬੈਠੇ ਹਨ। ਬੈਠੇ ਨਿਸ਼ਚਲ ਗਿਆਨ ਧਿਆਨ ਨਿਧਾਨੋ। ਮਹਾਰਾਜ ਗਿਆਨ ਦੇ ਖਜ਼ਾਨੇ ਨਿਸ਼ਚਲ ਹੋ ਕੇ ਬੈਠੇ ਹਨ। ਸੁਦਾ ਸਰੋਵਰ ਪੁਰਸਦ ਹੋਈ। ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜੀਆਂ ਸੰਗਤਾਂ ਨਾਲ ਨਹੀਂ ਸਨ ਜਾ ਸਕੀਆਂ, ਕਿਉਂਕਿ ਸਾਰਿਆਂ ਨੇ ਤਾਂ ਨਹੀਂ ਸੀ ਜਾਣਾ, ਪਿੱਛੇ ਵੀ ਗੁਰੂ ਦਰਬਾਰ ਦੀ ਸੇਵਾ ਵੀ ਕਰਨੀ ਹੈ, ਲੰਗਰਾਂ ਦਾ ਪ੍ਰਬੰਧ ਵੀ ਕਰਨਾ ਹੈ। ਜਿਹੜੀ ਅੰਮ੍ਰਿਤਸਰ ਦੀ ਸੰਗਤ ਹੈ ਉਸ ਨੂੰ ਪਤਾ ਲੱਗਿਆ ਹੈ। ਗੁਰ ਆਗਮਨ ਸੁਨਿਓ ਸਭ ਕੋਈ। ਗੁਰੂ ਸਾਹਿਬ ਦਾ ਆਉਣਾ ਸਾਰਿਆਂ ਨੇ ਸੁਣਿਆ ਹੈ। ਸ੍ਰੀ ਹਰਿਗੋਬਿੰਦ ਚੰਦ ਅਨੰਦੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਹੀਂ ਸਨ ਨਾਲ ਗਏ। ਉਹਨਾਂ ਨੂੰ ਪਤਾ ਲੱਗਾ ਕਿ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਪੋਥੀਆਂ ਲੈ ਕੇ ਵਾਪਸ ਆ ਰਹੇ ਹਨ। ਬਦਨ ਸਦਨ ਛਬ ਖਿਰਿਓ ਬਿਲੰਦੇ। ਮਹਾਰਾਜ ਦਾ ਪਾਵਨ ਪਵਿੱਤਰ ਸੁੰਦਰ ਮੁਖੜਾ ਪਿਤਾ ਜੀ ਦੇ ਆਉਣ ਤੇ ਖਿੜ ਗਿਆ ਹੈ। ਬੜੇ ਪ੍ਰਸੰਨ ਹੋਏ ਨੇ ਪੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ। ਪਾਏ ਕਿਰਨ ਸੁਧ ਪ੍ਰਾਤ ਮਨਿੰਦਾ। ਔਰ ਜਿਵੇਂ ਸਾਧ ਸੰਗਤ ਜੀ ਸਵੇਰ ਵੇਲੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਕਮਲ ਦੇ ਫੁੱਲ ਉੱਤੇ ਤੇ ਕਮਲ ਦਾ ਫੁੱਲ ਖਿੜ ਜਾਂਦਾ ਹੈ, ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਦੇ ਆਉਣ ਨਾਲ ਸੰਗਤਾਂ ਦੇ ਚਿਹਰੇ ਖਿੜ ਗਏ ਹਨ। ਭਏ ਪ੍ਰਫੁੱਲਿਤ ਦ੍ਰਿਗ ਅਰਬਿੰਦਾ। ਕਮਲ ਵਰਗੀਆਂ ਅੱਖਾਂ ਸ੍ਰੀ ਹਰਗੋਬਿੰਦ ਸਾਹਿਬ ਜੀ ਦੀਆਂ ਖਿੜ ਗਈਆਂ ਹਨ। ਸੁਨ ਸਾਹਿਬ ਬੁੱਢਾ ਹਰ ਖਾਏ। ਬਾਬਾ ਬੁੱਢਾ ਸਾਹਿਬ ਜੀ ਬੜੇ ਖੁਸ਼ ਹੋਏ ਹਨ। ਸਿੱਖ ਗੁਰਦਾਸ ਆਦਿ ਸਮੁਦਾਇ। ਭਾਈ ਗੁਰਦਾਸ ਜੀ ਵਰਗੇ ਮਹਾਂਪੁਰਸ਼ ਖੁਸ਼ ਹੋਏ ਹਨ। ਜਿਸ ਕਾਰਜ ਗਮਨੇ ਕਰ ਆਏ। ਜਿਸ ਕਾਰਜ ਲਈ ਗੁਰੂ ਅਰਜਨ ਦੇਵ ਜੀ ਗਏ ਸਨ ਗੁਰਬਾਣੀ ਦੀਆਂ ਪੋਥੀਆਂ ਲੈਣ, ਉਹ ਕਾਰਜ ਹੋ ਗਿਆ ਹੈ। ਸ਼ੁਕਰ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ, ਗੁਰੂ ਨਾਨਕ ਦੀ ਕਿਰਪਾ ਹੋਈ ਹੈ ਕਿ ਖਜ਼ਾਨਾ ਸਤਿਗੁਰੂ ਜੀ ਨੂੰ ਮਿਲ ਗਿਆ ਹੈ। ਸੁਨ ਗੰਗਾ ਮਨ ਆਨੰਦ ਪਾਏ। ਮਾਤਾ ਗੰਗਾ ਜੀ ਵੀ ਬੜੇ ਪ੍ਰਸੰਨ ਹੋਏ ਨੇ ਜਦੋਂ ਮਾਤਾ ਗੰਗਾ ਜੀ ਨੂੰ ਪਤਾ ਚੱਲਿਆ ਹੈ ਕਿ ਸਤਿਗੁਰੂ ਜੀ ਪੋਥੀਆਂ ਲੈ ਕੇ ਬਹੁਤ ਛੇਤੀ ਆ ਰਹੇ ਹਨ। ਪੁਸਤਕ ਸਭ ਖਾਸੇ ਪਰ ਲਿਆਵਤ। ਗੁਰਬਾਣੀ ਦੀਆਂ ਪੋਥੀਆਂ ਪਾਲਕੀ ਸਾਹਿਬ ਵਿੱਚ ਰੱਖੀਆਂ ਹੋਈਆਂ ਨੇ ਤੇ ਆਪ ਚੌਰ ਕਰਦੇ ਸਤਿਗੁਰੂ ਜੀ ਆ ਰਹੇ ਨੇ। ਆਪ ਗੁਰੂ ਕੋ ਨਹੀਂ ਬਿਨ ਆਵਤ। ਤੇ ਆਪ ਪੰਜਵੇਂ ਪਾਤਸ਼ਾਹ ਪੈਰਾਂ 'ਚ ਜੋੜਾ ਵੀ ਨਹੀਂ ਪਾਇਆ। ਗੁਰਬਾਣੀ ਦਾ ਅਦਬ ਕਿਵੇਂ ਕਰੀਦਾ ਹੈ, ਗੁਰਬਾਣੀ ਦਾ ਸਤਿਕਾਰ ਕਿਵੇਂ ਕਰੀਦਾ ਹੈ, ਇਹ ਜਾਚ ਆਪਣੇ ਗੁਰਸਿੱਖਾਂ ਨੂੰ ਸਿਖਾ ਰਹੇ ਨੇ ਪੰਚਮ ਪਾਤਸ਼ਾਹ ਜੀ ਮਹਾਰਾਜ। ਇਹ ਸੁਣ ਵੱਡ ਉਤਸ਼ਾਹ ਵਧਾਵਾ। ਬੜਾ ਭਾਰੀ ਉਤਸ਼ਾਹ, ਬੜੀ ਭਾਰੀ ਖੁਸ਼ੀ ਸਾਰੇ ਨਗਰ ਨਿਵਾਸੀਆਂ ਨੂੰ ਹੋਈ ਹੈ। ਸੁਮਨਸ ਚੰਦਨ ਧੂਪ ਤੁਖਾਸਾ। ਕਹਿੰਦੇ ਬੜੇ ਸੋਹਣੇ ਸੋਹਣੇ ਫੁੱਲ ਲੈ ਲਏ ਨੇ, ਗੁਲਾਬ ਦੇ, ਗੇਂਦੇ ਦੇ, ਵਧੀਆ ਵਧੀਆ ਚਮੇਲੀ ਦੇ ਫੁੱਲਾਂ ਦੀਆਂ ਟੋਕਰੀਆਂ
ਬਣਾਈਆਂ ਹਨ ਅਤੇ ਬੜੀਆਂ ਸੁਗੰਧੀਆਂ ਵਾਲੇ ਪਦਾਰਥ ਕਸਤੂਰੀ ਕੇਸਰ ਆਦਿਕ ਮਿਲਾ ਕੇ ਛਿੜਕਾਓ ਕਰਨ ਲਈ ਸੰਗਤਾਂ ਲੈ ਚੱਲੀਆਂ ਨੇ। ਲੈ ਸੰਗ ਸ੍ਰੀ ਗੁਰੂ ਹਰਗੋਬਿੰਦ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਅੱਗੇ ਕਰ ਲਿਆ ਹੈ। ਉਸ ਵੇਲੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ ਲਗਭਗ 8 ਸਾਲ ਦੀ ਹੈ ਜਦੋਂ ਇਹ ਪੋਥੀਆਂ ਲੈ ਕੇ ਸਤਿਗੁਰੂ ਜੀ ਆਏ ਹਨ। ਚਲੇ ਅਗਾਉ ਜੋ ਸਿੱਖ ਬ੍ਰਿੰਦ ਬਹੁਤ ਸਾਰੇ ਗੁਰੂ ਕੇ ਸਿੱਖ ਅੱਗੇ ਅੱਗੇ ਸ਼ਬਦ ਪੜ੍ਹਦੇ ਹੋਏ ਨਾਲ ਚੱਲ ਪਏ ਹਨ। ਮధుਰ ਪ੍ਰਸਾਦ ਅਜਿਤ ਸੰਗ ਦੀਨਾ ਔਰ ਟੋਕਰੇ ਮਠਿਆਈਆਂ ਦੇ ਭਰ ਲਏ ਹਨ। ਜਿੱਥੇ ਫੁੱਲਾਂ ਦੀਆਂ ਟੋਕਰੀਆਂ ਫੁੱਲਾਂ ਦੀ ਵਰਖਾ ਕਰਨ ਲਈ, ਉੱਥੇ ਵਰਤਾਉਣ ਵਾਸਤੇ ਵਧੀਆ ਵਧੀਆ ਪਕਵਾਨ ਤੇ ਕੜਾਹ ਪ੍ਰਸ਼ਾਦ ਜੀ ਦੀਆਂ ਦੇਗਾਂ ਦੇ ਥਾਲ ਵੀ ਭਰ ਲਏ ਹਨ। ਸ੍ਰੀ ਗੁਰੂ ਸਮੁਖ ਪਿਆਨੋ ਪੀਨਾ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਵਾਗਤ ਕਰਨ ਲਈ ਔਰ ਜੋ ਗੁਰਬਾਣੀ ਦਾ ਖਜ਼ਾਨਾ ਆਇਆ ਹੈ ਉਸ ਦਾ ਸਤਿਕਾਰ ਕਰਨ ਲਈ ਚੱਲ ਪਈਆਂ ਹਨ। ਪਰਮ ਪ੍ਰੇਮ ਕੋ ਜਾਲ ਫਸਾਏ ਪ੍ਰੇਮ ਦੇ ਜਾਲ ਵਿੱਚ ਫਸੇ ਹੋਏ ਸਿੱਖ ਖਿੱਚੇ ਜਾ ਰਹੇ ਨੇ। ਜਿਵੇਂ ਮੱਛੀਆਂ ਨੂੰ ਜਾਲ ਪਾ ਕੇ ਮਛੇਰਾ ਨਹੀਂ ਖਿੱਚ ਲੈਂਦਾ, ਇਹਦਾ ਪ੍ਰੇਮ ਦਾ ਜਾਲ ਪਾ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪ੍ਰੇਮ ਦਾ ਜਾਲ ਪਾ ਕੇ ਗੁਰੂ ਸਾਹਿਬ ਦੀ ਬਾਣੀ ਸਿੱਖਾਂ ਨੂੰ ਖਿੱਚ ਲਿਆ ਰਹੀ ਹੈ। ਇਹ ਬਾਣੀ ਵਿੱਚ ਸ਼ਕਤੀ ਹੈ ਸਾਧ ਸੰਗਤ ਜੀ। ਆਪਾਂ ਜਿੰਨੇ ਵੀ ਬੈਠੇ ਆ ਵਿਸ਼ਵ ਭਰ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਇਦਾਂ ਨਹੀਂ ਸੀ ਬਹਿ ਸਕਦੇ। ਇਦਾਂ ਇਹ ਗੁਰਦੁਆਰੇ, ਇਹ ਰੌਣਕਾਂ, ਇਹ ਦੀਵਾਨ, ਇਹ ਲੰਗਰ ਨਹੀਂ ਸੀ ਹੋਣੇ ਜੇ ਪੰਜਵੇਂ ਪਾਤਸ਼ਾਹ ਮਹਾਰਾਜ ਗੁਰਬਾਣੀ ਦਾ ਇਹ ਖਜ਼ਾਨਾ ਇਕੱਠਾ ਨਾ ਕਰਦੇ। ਅੱਜ ਜਿੱਥੇ ਵੀ ਵਿਸ਼ਵ ਚਲੇ ਜਾਓ, ਸੰਸਾਰ ਵਿੱਚ ਚਲੇ ਜਾਓ, ਹਰ ਇੱਕ ਸਿੱਖ ਦਾ ਸਹਾਰਾ ਗੁਰੂ ਗ੍ਰੰਥ ਸਾਹਿਬ ਹੈ। ਹਰ ਇੱਕ ਦਾ ਸਹਾਰਾ ਹੈ। ਸੱਚੇ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਗਰੀਬ ਨਵਾਜ਼ ਦੀ ਬਾਣੀ ਹਰ ਇੱਕ ਦੇ ਉੱਤੇ ਕਿਰਪਾ ਕਰਦੀ ਹੈ। ਹਿੰਦੂ, ਮੁਸਲਮਾਨ, ਈਸਾਈ, ਜੈਨੀ, ਬੋਧੀ, ਕਿਸੇ ਕੌਮ ਦਾ, ਕਿਸੇ ਜਾਤੀ, ਕਿਸੇ ਦੇਸ਼ ਦਾ ਵਿਅਕਤੀ ਆ ਜਾਵੇ ਉਹਦੇ ਤੇ ਬਖਸ਼ਿਸ਼ ਕਰਦੇ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਦਾ ਖਜ਼ਾਨਾ ਲੈ ਕੇ ਆ ਰਹੇ ਨੇ। ਸਿੱਖਾਂ ਦੇ ਮਨ 'ਚ ਗੁਰਬਾਣੀ ਦਾ ਬਹੁਤ ਹੀ ਚਾਹ ਹੈ, ਸਤਿਕਾਰ ਹੈ। ਹਾਂਜੀ, ਮਨੋਂ ਮੀਨ ਗਨ ਐਚਤ ਆਏ ਜਿਵੇਂ ਮੱਛੀਆਂ ਨੂੰ ਜਾਲ ਪਾ ਕੇ ਖਿੱਚ ਲਿਆ ਜਾਂਦਾ ਹੈ। ਕਵੀ ਜੀ ਕਹਿੰਦੇ ਏਦਾਂ ਗੁਰੂ ਦੇ ਸਿੱਖਾਂ ਦੇ ਮਨ ਨੂੰ ਗੁਰੂ ਦਾ ਪ੍ਰੇਮ ਖਿੱਚ ਰਿਹਾ ਹੈ। ਇਹ ਪ੍ਰੇਮ ਦਾ ਜਾਲ ਹੈ ਜਿਹਦੇ ਵਿੱਚ ਗੁਰੂ ਕੇ ਸਿੱਖਾਂ ਦੇ ਮਨ ਫਸ ਗਏ ਹਨ ਤੇ ਇਹਦੇ ਵਿੱਚੋਂ ਨਿਕਲ ਨਹੀਂ ਸਕਦੇ। ਪੁਰਕੇ ਨਰਗਨ ਸੁਨ ਸਮਦਾਏ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀਆਂ ਸੰਗਤਾਂ ਨੂੰ ਪਤਾ ਲੱਗਾ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਆ ਰਹੇ ਨੇ। ਦੇਖਣ ਦਰਸ ਗੁਰੂ ਕੋ ਧਾਏ ਚਲੋ ਚਲੀਏ ਮਹਾਰਾਜ ਦੇ ਦਰਸ਼ਨ ਕਰੀਏ। ਪਿੰਡਾਂ ਚੋਂ, ਘਰਾਂ ਚੋਂ, ਗਲੀਆਂ ਚੋਂ, ਬਾਜ਼ਾਰਾਂ ਚੋਂ ਜਿੱਥੇ ਵੀ ਕਿਸੇ ਸਿੱਖ ਨੂੰ ਪਤਾ ਲੱਗਾ ਉਹ ਦੌੜੇ ਹੀ ਆਏ ਨੇ। ਜੋ ਨਿਤ ਪ੍ਰਚਲਿਤ ਕਰ ਦਰਸੈ ਹੈ ਜਿਹੜੇ ਰੋਜ਼ ਪ੍ਰੇਮ ਨਾਲ ਸਤਿਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਦੇ ਸਨ ਤੇ ਰੋਮ ਰੋਮ ਖਿੜ ਜਾਂਦਾ ਸੀ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਉਹਨਾਂ ਦੇ ਅੱਜ ਮਨ ਵਿੱਚ ਚਾਹ ਉੱਠਿਆ ਹੈ। ਚਲੋ ਚਲੀਏ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰੀਏ ਤੇ ਜਿਹੜਾ ਖਜ਼ਾਨਾ ਸੱਚੇ ਪਾਤਸ਼ਾਹ ਜੀ ਲੈ ਕੇ ਆਏ ਨੇ ਉਸ ਰੱਬੀ ਖਜ਼ਾਨੇ ਦੇ ਦਰਸ਼ਨ ਕਰੀਏ। ਸੋ ਬਹੁ ਦਿਨ ਮੈਂ ਦਰਸ਼ਨ ਪਏ ਹੈ ਜਿਨ੍ਹਾਂ ਦੇ ਦਰਸ਼ਨ ਰੋਜ਼ ਕਰੀਦੇ ਸੀ ਅੱਜ ਕਈ ਦਿਨਾਂ ਬਾਅਦ ਉਹਨਾਂ ਦੇ ਦਰਸ਼ਨ ਕਰਨੇ ਹਨ। ਗਏ ਧਾਏ ਕਰ ਚੌਂਕ ਮੰਗੇ ਬੜੇ ਚਾਹ ਨਾਲ, ਬੜੇ ਉਤਸ਼ਾਹ ਨਾਲ ਗੁਰੂ ਕੇ ਸਿੱਖ ਦੌੜੇ ਆਏ ਹਨ। ਰੁਚਿਰ ਉਪਾਇਨ ਲੈ ਕਰ ਸੰਗੇ ਤੇ ਨਾਲ ਵਧੀਆ ਵਧੀਆ ਸੋਹਣੀਆਂ ਸੋਹਣੀਆਂ ਭੇਟਾਵਾਂ ਲੈ ਕੇ ਆਏ। ਕੋਈ ਫਲ ਫਰੂਟ ਲਿਆ ਰਿਹਾ, ਕੋਈ ਮਠਿਆਈਆਂ ਦੀਆਂ ਟੋਕਰੀਆਂ ਪ੍ਰਸ਼ਾਦ ਵਰਤਾਉਣ ਲਈ ਲਿਆ ਰਿਹਾ, ਕੋਈ ਫੁੱਲਾਂ ਦੀਆਂ ਮਾਲਾ ਪਰੋ ਕੇ ਲਿਆ ਰਿਹਾ ਤੇ ਕੋਈ ਮਾਇਆ ਤੇ ਗੱਫੇ ਚੜਾਵਾ ਚੜਾਉਣ ਦੀ ਲੈ ਕੇ ਆ ਰਿਹਾ। ਗੁਰੂ ਕੇ ਸਿੱਖ ਬੜੀ ਸ਼ਰਧਾ ਨਾਲ ਚੰਗੇ ਚੰਗੇ ਪਦਾਰਥ ਲੈ ਕੇ, ਸੋਹਣੇ ਸੋਹਣੇ ਬਸਤਰ ਲੈ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ ਹਨ। ਸਭ ਨਾਲ ਸ੍ਰੀ ਹਰਗੋਬਿੰਦ ਸਾਥ ਤੇ ਸਾਰਿਆਂ ਤੋਂ ਮੋਹਰੀ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ। 8 ਸਾਲ ਦੀ ਉਮਰ ਹੈ, ਬੜੇ ਸੁੰਦਰ ਸਰੂਪ ਵਾਲੇ, ਬੜੀ ਸੋਹਣੀ ਡੀਲ ਡੌਲ ਵਾਲੇ ਛੇਵੇਂ ਪਾਤਸ਼ਾਹ ਜੀ ਅੱਗੇ ਅੱਗੇ ਤੁਰ ਰਹੇ ਨੇ ਤੇ ਨਾਲ ਹਜ਼ਾਰਾਂ ਸੰਗਤਾਂ ਕੀਰਤਨ ਕਰਦੀਆਂ ਜਾ ਰਹੀਆਂ ਨੇ, ਸ਼ਬਦ ਪੜ ਰਹੀਆਂ ਨੇ। ਆਓ ਜੀ ਤੂੰ ਆਓ ਹਮਾਰਾ
ਹਰ ਜਾ ਸਰਵਣ ਸੁਣਾਵਣਾ, ਤੁਧ ਆਵਤ ਮੇਰਾ ਮਨ ਤਨ ਹਰਿਆ, ਆਪ ਜਸ ਤੁਮ ਸੰਗ ਗਾਵਣਾ। ਇਦਾਂ ਦੇ ਸ਼ਬਦ ਪੜ੍ਹਦੇ ਹੋਏ ਸਿੱਖ ਜਾ ਰਹੇ ਨੇ। ਦਰਸੇ ਸਤਿਗੁਰ ਅਰਜਨ ਨਾਥ, ਔਰ ਸ੍ਰੀ ਅੰਮ੍ਰਿਤਸਰ ਤੋਂ 2 ਕੋ ਦੂਰੀ ਤੇ ਜਾ ਕੇ ਅੱਗੋਂ ਦੀ ਸੰਗਤਾਂ ਮਿਲੀਆਂ ਨੇ ਤੇ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ। ਪਾਇਨ ਜਾਏ ਉਤਾਇਲ ਪਰੇ, ਔਰ ਛੇਤੀ ਨਾਲ ਜਾ ਕੇ ਵਾਰੀ-ਵਾਰੀ ਸਿੱਖ ਗੁਰੂ ਅਰਜਨ ਦੇਵ ਦੇ ਚਰਨਾਂ ਤੇ ਮੱਥਾ ਟੇਕ ਰਹੇ ਨੇ। ਨਿਜ ਨਿਜ ਸਭਨ ਅਖੋਰੈ ਧਰੇ, ਔਰ ਆਪਣੀਆਂ ਭੇਟਾਵਾਂ ਪਾਤਸ਼ਾਹ ਦੇ ਚਰਨਾਂ 'ਚ ਰੱਖੀਆਂ ਨੇ। ਸਭਨ ਬਿਲੋਚਨ ਕਮਲ ਸਰੀਖੇ, ਸਾਰਿਆਂ ਦੀਆਂ ਅੱਖਾਂ ਕਮਲ ਦੇ ਫੁੱਲ ਤਰ੍ਹਾਂ ਖਿੜ ਗਈਆਂ ਨੇ। ਭਏ ਪ੍ਰਫੁੱਲਤ ਰਘੁਰ ਦੀਖੇ, ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜ ਜਾਂਦਾ ਹੈ, ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਗੁਰੂ ਕੇ ਸਿੱਖਾਂ ਦੇ ਨੇਤਰ ਖਿੜ ਗਏ ਹਨ। ਸ੍ਰੀ ਹਰਿਗੋਬਿੰਦ ਅੰਗ ਬਿਠਾਏ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਾ ਕੇ ਆਪਣੇ ਗੁਰਦੇਵ ਪਿਤਾ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਹੈ ਤੇ ਪੰਚਮ ਪਾਤਸ਼ਾਹ ਜੀ ਨੇ 6ਵੇਂ ਪਾਤਸ਼ਾਹ ਜੀ ਨੂੰ ਗੋਦੀ 'ਚ ਬਿਠਾ ਲਿਆ ਹੈ। ਇਕਤ ਆਨੰਦ ਬਿਲੰਦ ਵਧਾਏ, ਆਪਣੇ ਪਿਆਰੇ ਪੁੱਤਰ ਵੱਲ ਵੇਖ ਕੇ ਪੰਜਵੇਂ ਪਾਤਸ਼ਾਹ ਪ੍ਰਸੰਨ ਹੋਏ ਨੇ ਤੇ ਪੰਜਵੇਂ ਪਾਤਸ਼ਾਹ ਵੱਲ ਵੇਖ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪ੍ਰਸੰਨ ਹੋਏ ਨੇ। ਸਾਹਿਬ ਬੁੱਢਾ ਹਰ ਗੁਰਦਾਸ, ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਤੇ ਭਾਈ ਗੁਰਦਾਸ ਜੀ ਪੂਜੀ ਕੁਸ਼ਲ ਤਿਨੂ ਕੇ ਪਾਸ। ਉਹਨਾਂ ਕੋਲੋਂ ਸਤਿਗੁਰੂ ਜੀ ਨੇ ਸੁਖ ਸ਼ਾਂਤ ਪੁੱਛੀ ਹੈ ਵੀ ਸਾਡੇ ਤੋਂ ਪਿੱਛੇ ਸ੍ਰੀ ਅੰਮ੍ਰਿਤਸਰ ਸਭ ਠੀਕ ਰਿਹਾ ਹੈ, ਸਭ ਆਨੰਦ ਪ੍ਰਸੰਨ ਸੀ। ਤਾਂ ਉਹਨਾਂ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਤੁਹਾਡੀ ਕਿਰਪਾ ਨਾਲ ਸਭ ਠੀਕ ਰਿਹਾ ਹੈ। ਹਾਥ ਜੋੜ ਤਬ ਸਕਲ ਬਖਾਨੈ, ਸਾਰੀ ਸੰਗਤ ਨੇ ਹੱਥ ਜੋੜ ਕੇ ਦੱਸਿਆ ਹੈ। ਕਿਰਪਾ ਆਪ ਕੀ ਤੇ ਸੁਖ ਖਾਨੈ, ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਨਾਲ ਸਾਰੇ ਹੀ ਸੁਖ ਹਨ। ਘਰ ਰਾਵਣ ਕੇ ਅਰ ਸਭ ਥਾਈ, ਆਪ ਜੀ ਦੇ ਘਰ ਵੀ ਸੁਖ ਹੈ ਤੇ ਸਾਰੇ ਨਗਰ ਸ੍ਰੀ ਅੰਮ੍ਰਿਤਸਰ ਵਿੱਚ ਸੁਖ ਸ਼ਾਂਤੀ ਹੈ। ਕੁਸ਼ਲ ਆਨੰਦ ਰਹਿ ਸਮੁਦਾਈ, ਸਾਰੇ ਪ੍ਰਸੰਨ ਰਹਿੰਦੇ ਹਨ। ਜਿੱਥੇ ਗੁਰੂ ਦੀ ਕਿਰਪਾ ਹੁੰਦੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਆਪ ਜੀ ਦੀ ਨਜ਼ਰ ਸਵੱਲੀ ਹੋਣੀ ਚਾਹੀਦੀ ਹੈ, ਫਿਰ ਕੋਈ ਦੁੱਖ ਨੇੜੇ ਨਹੀਂ ਆ ਸਕਦਾ। ਪੁਸ਼ਪ ਪ੍ਰਸਾਦ ਸਿੱਖ ਜਨ ਲਿਆਏ, ਗੁਰੂ ਕੇ ਸਿੱਖ ਬਹੁਤ ਸਾਰਾ ਪ੍ਰਸ਼ਾਦ, ਮਠਿਆਈਆਂ, ਕੜਾਹ ਪ੍ਰਸ਼ਾਦ ਤੇ ਬਹੁਤ ਸਾਰਾ ਸਾਧ ਸੰਗਤ ਦੀ ਫਲ ਫਰੂਟ ਤੇ ਫੁੱਲਾਂ ਦੇ ਹਾਰ ਜੋ ਲੈ ਕੇ ਆਏ ਸਨ ਟੋਕਰੇ ਭਰ ਕੇ। ਕਹਿ ਪੁਸਤਕ ਪਰ ਸੋ ਚੜੇ ਵਾਏ, ਉਹ ਸਾਰੀਆਂ ਵਸਤੂਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਜਿਹੜੀਆਂ ਪੋਥੀਆਂ ਗੁਰਬਾਣੀ ਦੀਆਂ ਸੈਂਚੀਆਂ ਆਈਆਂ ਨੇ ਨਾ, ਗੁਰਬਾਣੀ ਦਾ ਇੱਕ ਅੱਖਰ ਵੀ ਹੋਵੇ ਤਾਂ ਉਹਦਾ ਵੀ ਸਤਿਕਾਰ ਬਰਾਬਰ ਕਰਨਾ ਚਾਹੀਦਾ। ਆਖੋ ਸਤਿਨਾਮ। ਅੱਜ ਕੱਲ ਕਈ ਬਹੁਤ ਜ਼ਿਆਦਾ ਹੋਰ ਸਿਆਣਪਾਂ 'ਚ ਪੈ ਜਾਂਦੇ ਆ। ਅਗੇ ਜੀ ਸੈਂਚੀ ਸਾਹਿਬ ਨੂੰ ਮੱਥਾ ਨਹੀਂ ਟੇਕਣਾ, ਗੁਟਕਾ ਸਾਹਿਬ ਨੂੰ ਮੱਥਾ ਨਹੀਂ ਟੇਕਣਾ। ਨਹੀਂ ਸਾਧ ਸੰਗਤ ਜੀ ਇੱਕ ਅੱਖਰ ਵੀ ਲਿਖਿਆ ਨਾ ਗੁਰੂ ਦਾ ਬਚਨ, ਉਹ ਗੁਰੂ ਕੀ ਬਾਣੀ ਪੂਜਣੇ ਯੋਗ ਹੈ। ਸੋ ਸੱਚੇ ਪਾਤਸ਼ਾਹ ਦੀ ਪੋਥੀਆਂ ਉੱਤੇ ਜਿਹੜੀਆਂ ਪੋਥੀਆਂ ਲੈ ਕੇ ਆਏ ਨਾ ਪਾਣੀ ਦੀਆਂ, ਸੰਗਤ ਨੇ ਉਹਦੇ ਤੇ ਭੇਟਾ ਚੜਾਈ ਹੈ, ਫੁੱਲ ਚੜਾਏ ਹਨ ਤੇ ਉਹਦੇ ਅੱਗੇ ਪ੍ਰਸ਼ਾਦ ਰੱਖ ਕੇ ਮਹਾਰਾਜ ਨੇ ਆਪਣੇ ਆਪ ਨੂੰ ਅੱਜ ਮੱਥਾ ਨਹੀਂ ਟਿਕਾਇਆ। ਅੱਗੇ ਤਾਂ ਸੰਗਤਾਂ ਮਹਾਰਾਜ ਦੇ ਚਰਨਾਂ 'ਚ ਭੇਟਾ ਰੱਖਦੀਆਂ ਸਹੀ ਤੇ ਮੱਥਾ ਟੇਕਦੀਆਂ। ਮਹਾਰਾਜ ਕਹਿੰਦੇ ਨਹੀਂ, ਅੱਜ ਗੁਰਬਾਣੀ ਨੂੰ ਮੱਥਾ ਟੇਕੋ, ਵੱਡਿਆਂ ਦੀ ਬਾਣੀ ਹੈ, ਇਹ ਪੂਜਣੇ ਯੋਗ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਮਰ ਨਾ ਕੋਈ। ਧੂਪ ਤੁਖਾਵਤ ਸੰਖ ਬਜਾਏ, ਸੰਗਤਾਂ ਨੇ ਸੰਖ ਵਜਾ ਕੇ ਉਸ ਜ਼ਮਾਨੇ ਵਿੱਚ ਸਵਾਗਤ ਕਰਨ ਦੀਆਂ ਜਿਹੜੀਆਂ ਵਿਧੀਆਂ ਸਨ ਇਹੀ ਸਨ। ਧੂਪ ਦੇਣੀ, ਸੰਖ ਵਜਾਣੇ, ਘੜਿਆਲਾਂ ਵਜਾਣੀਆਂ, ਨਗਾਰੇ ਵਜਾਣੇ ਤੇ ਰਣ ਸਿੰਘੇ ਵਜਾ ਕੇ ਸਵਾਗਤ ਕੀਤਾ ਜਾਂਦਾ ਸੀ। ਜਿਵੇਂ ਅੱਜ ਕੱਲ੍ਹ ਆਪਾਂ ਨਗਰ ਕੀਰਤਨ 'ਚ ਬੈਂਡ ਵਾਜੇ ਅੰਗਰੇਜ਼ਾਂ ਦੇ ਤਾਂ ਵਜਾ ਲੈਂਦੇ ਆ, ਉਹ ਜਿਹੜੇ ਅਬਲੈਤ ਤੋਂ ਇੰਗਲੈਂਡ ਤੋਂ ਆਏ ਨਾ ਵਾਜੇ, ਉਹ ਤਾਂ ਚੰਗੇ ਲੱਗਦੇ ਆ। ਤੇ ਜੇ ਕੋਈ ਗੁਰਸਿੱਖ ਸੰਖ ਵਜਾ ਦੇਵੇ ਤੇ ਬਾਹਮਣਵਾਦ ਹੈ ਵੀ ਸਾਰਾ ਕੁਝ ਬਾਹਮਣਾਂ ਦੇ ਪੱਲੇ ਹੀ ਸੁੱਟ ਦੇਣਾ। ਕੋਈ ਆਪਣੇ ਕੋਲ ਵੀ ਰੱਖ ਲਓ। ਮਹਾਰਾਜ ਕਹਿੰਦੇ ਸੰਖਨ ਕੀ ਧੁਨ ਘੰਟਨ ਕੀ ਘਰ ਫੂਲਨ ਕੀ ਵਰਖਾ ਵਰਖਾ, ਆਰਤੀ ਕੋਟ ਕਰੈ ਸੁਰ ਸੁੰਦਰ ਵੇਖ ਪੁਰੰਦਰ ਕੇ ਬਣ ਜਾਵੇ। ਸੋ ਇਹ ਸੰਖ ਕੋਈ ਬਾਹਮਣਾਂ ਦੇ ਨਾਂ ਨਹੀਂ ਲੱਗਾ ਹੋਇਆ, ਸਮੁੰਦਰ ਚੋਂ ਨਿਕਲਦਾ ਤੇ ਇੱਕ ਵਾਜਾ ਹੈ ਵਜਾਉਣ ਦਾ। ਇਹਦੀ ਵਾਈਬ੍ਰੇਸ਼ਨ ਬੜੀ ਸੁੱਚੀ ਹੁੰਦੀ, ਪਵਿੱਤਰ ਹੁੰਦੀ ਹੈ। ਜਿੱਥੇ ਇਹਦੀਆਂ ਟਰੰਗਾਂ ਜਾਂਦੀਆਂ ਨੇ ਉੱਥੇ ਪਵਿੱਤਰਤਾ ਤੇ ਸਵੱਛਤਾ ਤੇ ਇਕਾਗਰਤਾ ਬਣ ਜਾਂਦੀ ਹੈ। ਸਿੱਖਾਂ ਨੇ ਸੰਖ ਵਜਾ ਕੇ ਫੁੱਲਾਂ ਦੀ ਵਰਖਾ ਕਰਕੇ ਗੁਰਬਾਣੀ ਦਾ ਸਵਾਗਤ ਕੀਤਾ ਹੈ। ਜੈ ਜੈ ਮੰਗਲ ਸ਼ਬਦ ਉਠਾਏ, ਮੰਗਲਾਚਾਰ ਹੋਇਆ ਹੈ, ਜੈ ਜੈਕਾਰ ਹੋਈ ਹੈ। ਜਿਮ ਸਭ ਹੀ ਜਬ ਮਿਲੇ ਅਗਾਊ, ਇਸ ਤਰ੍ਹਾਂ ਜਦੋਂ ਸਾਰੇ ਗੁਰੂ ਕੇ ਸਿੱਖ ਸ੍ਰੀ ਅੰਮ੍ਰਿਤਸਰ ਤੋਂ ਜਾ ਕੇ
ਦੋ ਕੋਹ ਦੀ ਬਾਟ ਤੇ ਗੁਰੂ ਅਰਜਨ ਦੇਵ ਜੀ ਨੂੰ ਮਿਲੇ ਹਨ। ਹਰ ਕੇ ਦੋਹਦੇ ਸ਼ਹਿਰਤ ਭਾਉ, ਇੱਕ ਦੂਜੀ ਨੂੰ ਵੇਖ ਕੇ ਪ੍ਰੇਮ ਨਾਲ ਖੁਸ਼ ਹੋਏ ਹਨ। ਸਾਧ ਸੰਗਤ ਜੀ, ਗੁਰਸਿੱਖੀ ਦਾ ਸਭ ਤੋਂ ਵੱਡਾ ਅਸੂਲ ਇਹ ਹੈ, ਜਦੋਂ ਸਾਹਮਣੇ ਗੁਰੂ ਦਾ ਸਿੱਖ ਆਵੇ ਨਾ, ਵੇਖ ਕੇ ਚਿਹਰਾ ਖਿੜਨਾ ਚਾਹੀਦਾ, ਅੱਖਾਂ 'ਚ ਨੂਰ ਆਣਾ ਚਾਹੀਦਾ ਤੇ ਮੁੱਲਾਂ ਤੇ ਮੁਸਕਾਨ ਆਣੀ ਚਾਹੀਦੀ ਹੈ। ਉਹ ਕਾਹਦਾ ਸਿੱਖ ਜਿਹੜਾ ਸਿੱਖ ਨੂੰ ਵੇਖ ਕੇ ਹੀ ਮੱਥੇ ਤੇ ਤਿਉੜੀ ਪਾ ਲਵੇ, ਨਹੀਂ, ਖਿੜ ਜਾਣਾ ਚਾਹੀਦਾ, ਪ੍ਰਸੰਨ ਹੋਣਾ ਚਾਹੀਦਾ। ਦਿਨਾਂ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਸੋ ਗੁਰੂ ਕੇ ਸਿੱਖ ਮਿਲੇ ਹਨ, ਆਪਸ ਵਿੱਚ ਬੜਾ ਪ੍ਰੇਮ ਕੀਤਾ ਹੈ। ਕੀਰਤਨ ਕਰਤ ਸਿੱਖ ਅਗਵਾਈ, ਗੁਰੂ ਕੇ ਸਿੱਖ ਅੱਗੇ ਅੱਗੇ ਕੀਰਤਨ ਕਰਦੇ, ਸ਼ਬਦ ਪੜ੍ਹਦੇ ਚੱਲ ਪਏ ਹਨ। ਸਮੁਖ ਸਦਾ ਸਰਗਮਨੇ ਜਾਈ, ਔਰ ਸਾਰਿਆਂ ਨੇ ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਤੇ ਬੇਅੰਤ ਗੁਰੂ ਦੀਆਂ ਸੰਗਤਾਂ ਨੇ ਮੂੰਹ ਕਰ ਲਿਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ, ਸਰੋਵਰ ਵਾਲੇ ਪਾਸੇ ਜਾ ਰਹੇ ਹਨ। ਚੌਰ ਤੁਰਤ ਉਤਸਾਹ ਵਧਾਵਤ, ਗੁਰੂ ਅਰਜਨ ਦੇਵ ਜੀ ਆਪਣੇ ਹੱਥ ਵਿੱਚ ਚੌਰ ਫੜੇ ਹੋਏ ਤੇ ਗੁਰਬਾਣੀ ਦੀਆਂ ਪੋਥੀਆਂ ਦੇ ਚੌਰ ਕਰਦੇ ਨੇ ਤੇ ਸੰਗਤਾਂ ਦਾ ਉਤਸ਼ਾਹ ਠਾਠਾ ਮਾਰ ਰਿਹਾ ਹੈ। ਸਾਰੇ ਬੜੇ ਖੁਸ਼ ਹਨ ਤੇ ਬੜੀ ਕਿਰਪਾ ਹੋਈ ਹੈ, ਗੁਰਬਾਣੀ ਦਾ ਖਜ਼ਾਨਾ ਸਾਨੂੰ ਪ੍ਰਾਪਤ ਹੋਇਆ ਹੈ। ਸੰਗਤ ਸੰਗ ਗੁਰੂ ਛਬ ਪਾਵਤ, ਤੇ ਲੱਖਾਂ ਸੰਗਤਾਂ, ਹਜ਼ਾਰਾਂ ਸੰਗਤਾਂ ਦੇ ਨਾਲ ਪੰਜਵੇਂ ਪਾਤਸ਼ਾਹ ਮਹਾਰਾਜ ਸੋਭਾ ਪਾ ਰਹੇ ਹਨ। ਚਤੁਰ ਘਟੀ ਦਿਨ ਰਹਿਓ ਚਲੇ ਹੈ, ਜਦੋਂ ਉੱਥੋਂ ਚੱਲੇ ਨੇ, ਸ਼ਾਮ ਦੀਆਂ ਲੋਡੇ ਵੇਲੇ ਦਾ ਸਮਾਂ ਸੀ, ਯਾਨੀ ਕੋਈ 5-6 ਵੱਜ ਗਏ ਸਨ। 4 ਘੜੀਆਂ ਦਿਨ ਬਾਕੀ ਰਹਿ ਗਿਆ ਸੀ। 4 ਘੜੀਆਂ ਦਾ ਮਤਲਬ ਹੈ ਵੀ 1.5 ਘੰਟਾ ਸੂਰਜ ਛਿਪਣ ਲੱਗੇ ਰਹਿ ਗਿਆ ਸੀ। ਸਿੱਖੇ ਆਏ ਸਮੁਦਾਇ ਮਿਲੇ ਹੈ, ਬਹੁਤ ਸੰਗਤਾਂ ਆ ਕੇ ਮਿਲੀਆਂ ਹਨ। ਇੱਕ ਦਿਸ਼ ਸੰਖ ਨਫੀਰੀ ਬਾਜਤ, ਇੱਕ ਪਾਸੇ ਸੰਖ ਵੱਜ ਰਹੇ ਨੇ, ਨਫੀਰੀਆਂ ਵੱਜ ਰਹੀਆਂ ਨੇ, ਰਣ ਸਿੰਘੇ ਵੱਜ ਰਹੇ ਨੇ, ਤੁਰਰੀਆਂ ਵੱਜ ਰਹੀਆਂ ਨੇ, ਸ਼ਹਿਨਾਈਆਂ ਵੱਜ ਰਹੀਆਂ ਨੇ, ਸੰਗਤਾਂ ਖੁਸ਼ੀਆਂ ਮਨਾ ਰਹੀਆਂ ਨੇ। ਲਾਗਤ ਦੰਬਕ ਧੁਰੀ ਘਟ ਲਾਜਤ, ਕਹਿੰਦੇ ਨਿੱਕੇ ਨਗਾਰੇ ਵੱਜ ਰਹੇ ਨੇ। ਅੱਜ ਵੀ ਸ੍ਰੀ ਹਜੂਰ ਸਾਹਿਬ ਸਵੇਰੇ 7 ਤੋਂ 8 ਵਜੇ ਤੱਕ ਤੁਸੀਂ ਵੇਖਿਆ ਹੋਣਾ, ਨਫੀਰੀਆਂ ਵੱਜਦੀਆਂ ਨੇ ਤੇ ਛੋਟੇ ਨਗਾਰੇ, ਉਹਨੂੰ ਲਘੂ ਦੁੰਦਬ ਕਹਿੰਦੇ ਨੇ। ਇੱਕ ਵੱਡਾ ਨਗਾਰਾ ਹੁੰਦਾ, ਇੱਕ ਛੋਟਾ ਹੁੰਦਾ, ਲਘੂ ਮੈਨੇ ਛੋਟਾ। ਜਿਹੜੇ ਛੋਟੇ ਤਬਲੇ ਦੇ ਧਾਮੇ ਵਰਗੇ ਹੁੰਦੇ ਨਾ, ਛੋਟੇ ਜਿਹੜੇ, ਉਹਨੂੰ ਵਜਾਉਂਦੇ ਨੇ, ਉਹਦੇ ਨਾਲ ਕਾਨੜੇ ਵੱਜਦੇ ਨੇ, ਨਫੀਰੀਆਂ ਵੱਜਦੀਆਂ ਨੇ ਤੇ ਉਹਦੇ ਵਿੱਚ ਬੜਾ ਹੀ ਆਨੰਦ ਬਣਦਾ ਹੈ। ਸ੍ਰੀ ਅਰਜਨ ਸ੍ਰੀ ਹਰਗੋਬਿੰਦ, ਦੋ ਪਾਤਸ਼ਾਹੀਆਂ ਇਕੱਠੀਆਂ ਤੁਰੀਆਂ ਜਾ ਰਹੀਆਂ। ਪੰਜਵੇਂ ਪਾਤਸ਼ਾਹ ਮਹਾਰਾਜ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੋਵੇਂ ਪਿਓ ਪੁੱਤਰ ਤੁਰੇ ਜਾਂਦੇ, ਸੋਭਾ ਪਾਉਂਦੇ ਹਨ। ਸ਼ੋਭਤ ਪੋਥਿਨ ਜੁਤ ਸਿੱਖ ਬ੍ਰਿੰਦ, ਔਰ ਚਾਂਦੀ ਦੀ ਪਾਲਕੀ ਬੜੀ ਸੁੰਦਰ ਹੈ, ਜਿਹਦੇ ਵਿੱਚ ਗੁਰਬਾਣੀ ਦੀਆਂ ਪੋਥੀਆਂ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਭਾਈ ਗੁਰਦਾਸ ਜੀ ਵਰਗੇ ਮਹਾਂਪੁਰਸ਼ ਨਾਲ ਤੁਰੇ ਜਾਂਦੇ ਨੇ। ਬ੍ਰਹਮਾ ਵਿਸ਼ਨ ਅਮਰ ਇੰਦਰਾਦ, ਉਸ ਵੇਲੇ ਸਾਰੇ ਦੇਵੀ ਦੇਵਤੇ ਫੁੱਲਾਂ ਦੀ ਵਰਖਾ ਕਰ ਰਹੇ ਨੇ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਆ ਕੇ ਨਮਸਕਾਰ ਕਰ ਰਹੇ ਨੇ, ਕਿਉਂਕਿ ਸਭ ਤੇ ਵੱਡ ਸਮਰੱਥ ਗੁਰਦੇਵ, ਗੁਰੂ ਸਭ ਤੋਂ ਵੱਡਾ ਹੈ। ਗੁਰ ਜੈਸਾ ਨਾਹੀ ਕੋ ਤੇ, ਕਵੀ ਜੀ ਇਹ ਗੱਲ ਕਹਿਣੀ ਚਾਹੁੰਦੇ ਨੇ। ਗੁਰੂ ਵੱਡਾ ਹੈ, ਇਸ ਕਰਕੇ ਸਾਰੇ ਹੀ ਦੇਵਤੇ, ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਵਤੀ ਮਾਈ, ਇਹ ਸਾਰੇ ਹੀ ਦੇਵੀ ਦੇਵਤੇ ਗੁਰੂ ਨੂੰ ਨਮਸਕਾਰ ਕਰਨ ਆਏ ਨੇ। ਮਨੋ ਵੇਦ ਕੀ ਕਰਨ ਮਰਜਾਦ, ਜਿਵੇਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੱਡੇ ਦੇਵਤਿਆਂ ਨੇ ਵੇਦਾਂ ਦੀ ਮਰਜ਼ਾਦਾ ਕਾਇਮ ਕੀਤੀ, ਕਲਯੁਗ ਦੇ ਵਿੱਚ ਪੰਚਮ ਪਾਤਸ਼ਾਹ ਮਹਾਰਾਜ ਨੇ ਇਹ ਗੁਰਬਾਣੀ ਰੂਪੀ ਵੇਦ ਪ੍ਰਗਟ ਕੀਤਾ ਹੈ। ਵੇਦ ਨਾਮ ਸਾਧ ਸੰਗਤ ਜੀ ਗਿਆਨ ਦਾ ਹੈ। ਵਿਦ ਧਾਤੂ ਤੋਂ ਵੇਦ ਬਣਿਆ ਹੈ, ਜਿਹਦਾ ਅਰਥ ਹੈ ਜਾਣਕਾਰੀ, ਨੌਲੇਜ, ਸਮਝ, ਸੋਝੀ, ਜਾਣਨਾ। ਵਿਦ ਦਾ ਅਰਥ ਹੁੰਦਾ ਜਾਣਨਾ। ਜੋ ਸਾਨੂੰ ਜਾਣਕਾਰੀ ਦਿੰਦੇ ਨੇ ਆਤਮਾ ਬਾਰੇ, ਪਰਮਾਤਮਾ ਬਾਰੇ, ਉਹਨਾਂ ਨੂੰ ਵੇਦ ਕਹਿੰਦੇ ਹੈ। ਸੋ ਗੁਰੂ ਕੀ ਬਾਣੀ ਇਹ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਪ੍ਰਗਟ ਕੀਤੀ ਕਲਯੁਗ ਦੇ ਵਿੱਚ। ਜਿਹੜੇ ਪੁਰਾਣੇ ਵੇਦ ਹਨ ਪੁਰਾਤਨ, ਕਲਯੁਗ ਦੇ ਸਮੇਂ ਵਿੱਚ ਹਰ ਇੱਕ ਬੰਦਾ ਪੜ੍ਹ ਨਹੀਂ ਸਕਦਾ ਤੇ ਫਿਰ ਉਹਦਾ ਅਧਿਕਾਰ ਵੀ ਸਾਰਿਆਂ ਨੂੰ ਨਹੀਂ। ਬ੍ਰਾਹਮਣ ਨੂੰ ਹੈ, ਛਤਰੀ ਨੂੰ ਹੈ, ਨੀਵੀਆਂ ਜਾਤਾਂ ਨੂੰ ਨਹੀਂ ਹੈ, ਇਸਤਰੀ ਨੂੰ ਵੀ ਨਹੀਂ ਹੈ। ਗੁਰਬਾਣੀ ਚਾਰੇ ਵਰਨ ਦੇ ਲੋਕ ਪੜ੍ਹ ਸਕਦੇ ਆ, ਹਿੰਦੂ ਮੁਸਲਮਾਨ ਵੀ ਪੜ੍ਹ ਸਕਦੇ ਆ, ਪੁਰਸ਼ ਵੀ ਪੜ੍ਹ ਸਕਦੇ ਆ, ਇਸਤਰੀ ਵੀ ਪੜ੍ਹ ਸਕਦੀ ਹੈ। ਗੁਰਬਾਣੀ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਗਿਆਨ ਦਾ ਸੋਮਾ ਹੈ। ਇਹਦੀ ਮਰਜ਼ਾਦਾ ਕਾਇਮ ਕਰਨ ਲਈ ਪੰਜਵੇਂ ਪਾਤਸ਼ਾਹ ਜੀ ਜਾ ਰਹੇ ਨੇ। ਇਕੱਠੇ ਹੋਏ ਉਤਸ਼ਾਹਿਤ ਚਲੇ, ਕਹਿੰਦੇ ਬੜੀਆਂ ਸੰਗਤਾਂ ਕੀਰਤਨ ਕਰਦੀਆਂ ਉਤਸ਼ਾਹ ਨਾਲ ਜਾ ਰਹੀਆਂ ਨੇ। ਨਗਰ ਸੁਦਾਸਰ ਬੈਕੁੰਠ
ਹਾਲੇ ਸ੍ਰੀ ਅੰਮ੍ਰਿਤਸਰ ਸਾਹਿਬ ਇਹ ਬੈਕੁੰਠ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਹ ਅਕਾਲ ਪੁਰਖ ਦਾ ਦਰਬਾਰ ਹੈ। ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਇਸ ਪਵਿੱਤਰ ਦਰਬਾਰ ਵੱਲ ਜਾ ਰਹੇ ਨੇ। ਆਸਾ ਫੂਲ ਮਾਲ ਦਿੱਤੇ ਆਗੇ, ਕਹਿੰਦੇ ਬੜੀ ਸੋਹਣੀ ਸੁੰਦਰ ਪਾਲਕੀ ਫੁੱਲਾਂ ਦੀਆਂ ਮਾਲਾ ਨਾਲ ਸੰਗਤ ਨੇ ਲੱਦ ਦਿੱਤੀ ਹੈ। ਸ੍ਰੀ ਗੁਰੂ ਜੋਤ ਸਿੱਖ ਪਾਛੇ ਲਾਗੇ, ਤੇ ਗੁਰੂ ਸਾਹਿਬ ਸਿੱਖਾਂ ਸਮੇਤ ਪਿੱਛੇ ਪਿੱਛੇ ਪਾਲਕੀ ਦੇ ਜਾ ਰਹੇ ਹਨ। ਜੈ ਜੈ ਸ਼ਬਦ ਕਰਤ ਚੱਲ ਜਾਹੀ, ਸਾਧ ਸੰਗਤ ਜੀ ਸਾਰੇ ਜੈ ਜੈਕਾਰ ਜਕਾਰੇ ਬੁਲਾ ਰਹੇ ਨੇ। ਗੁਰਬਾਣੀ ਦੀ ਆਮਦ ਉੱਤੇ ਖੁਸ਼ੀ ਮਨਾ ਰਹੇ ਨੇ। ਪਹੁੰਚਤ ਭਏ ਜਾਏ ਕਰ ਪਾਹੀ, ਕਹਿੰਦੇ ਸ੍ਰੀ ਦਰਬਾਰ ਸਾਹਿਬ ਸਰੋਵਰ ਦੇ ਲਾਗੇ ਜਾ ਪਹੁੰਚੇ ਨੇ। ਸੁਦਾ ਸਰੋਵਰ ਪੂਰਬ ਪਾਸੇ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਜੋ ਪੂਰਬਲੀ ਬਾਈ ਹੈ, ਪੂਰਬ ਤੇ ਦੱਖਣ ਦੀ ਦਿਸ਼ਾ ਦੇ ਵਿਚਕਾਰ ਥੜਾ ਨਾਮ ਅਬਲਕ ਪ੍ਰਕਾਸ਼ੇ, ਗੁਰਦੁਆਰਾ ਹੈ ਥੜਾ ਸਾਹਿਬ। ਇੱਕ ਤਾਂ ਉਹ ਥੜਾ ਸਾਹਿਬ ਹੈ ਜਿਹੜਾ 9ਵੇਂ ਪਾਤਸ਼ਾਹ ਦਾ ਹੈ। ਇੱਕ ਇਹ ਥੜਾ ਜਿਹਨੂੰ 68 ਤੀਰਥ ਕਹਿੰਦੇ ਹਨ। ਸ੍ਰੀ ਦੁਖ ਭੰਜਨੀ ਬੇਰੀ ਦੇ ਬਿਲਕੁਲ ਲਾਗੇ ਹੈ। ਕਹਾਂ ਸਥਾਪਤ ਕਰ ਪੋਥੀਨ, ਉਸ ਜਗ੍ਹਾ ਤੇ ਅੱਜ ਕੱਲ ਵੀ ਥੜਾ ਬਣਿਆ ਹੋਇਆ ਹੈ। ਉੱਤੇ ਬੜੀ ਸੁੰਦਰ ਪਾਲਕੀ ਸੰਗੇ ਮਰਮਰ ਦੀ ਬਣੀ ਹੋਈ ਹੈ। ਉਸ ਜਗ੍ਹਾ ਤੇ ਸਾਧ ਸੰਗਤ ਜੀ ਜਿੱਥੇ ਇਹ ਦੁਖ ਭੰਜਨੀ ਬੇਰੀ ਹੈ, ਉਸ ਦੇ ਲਾਗੇ ਪੋਥੀਆਂ ਵਾਲੀ ਪਾਲਕੀ ਗੁਰੂ ਅਰਜਨ ਦੇਵ ਜੀ ਨੇ ਥੜਾ ਸਾਹਿਬ ਉੱਤੇ ਸੁਭਾਏਮਾਨ ਕੀਤੀ ਹੈ। ਇਕੇ ਨਿਕਟ ਗੁਰ ਆਨੰਦ ਭੀਨ, ਤੇ ਬੜੇ ਆਨੰਦ ਵਿੱਚ ਪੰਜਵੇਂ ਪਾਤਸ਼ਾਹ ਜੀ ਥੜੇ ਦੇ ਕੋਲ ਬੜੇ ਸਤਿਕਾਰ ਨਾਲ ਪੋਥੀਆਂ ਦੇ ਕੋਲ ਹੀ ਬੈਠ ਗਏ ਹਨ। ਮੰਗਤ ਜਨ ਸੁਣ ਕਰ ਚਲੇ ਆਏ, ਜਦੋਂ ਮੰਗਤਿਆਂ ਨੂੰ ਗਰੀਬਾਂ ਨੂੰ ਪਤਾ ਲੱਗਾ ਵੀ ਸੱਚੇ ਪਾਤਸ਼ਾਹ ਦੇ ਘਰ ਅੱਜ ਵਧਾਈਆਂ ਵੰਡੀਆਂ ਜਾਣੀਆਂ ਨੇ, ਖੁਸ਼ੀਆਂ ਮਨਾਈਆਂ ਜਾਣੀਆਂ ਨੇ, ਉਹ ਦਾਨ ਮਾਨ ਲੈਣ ਵਾਸਤੇ ਆਪਣੀਆਂ ਝੋਲੀਆਂ ਭਰਨ ਵਾਸਤੇ ਆ ਗਏ ਨੇ। ਕਿਉਂਕਿ ਅਸੀਂ ਕਿਸੇ ਨੂੰ ਉਦੋਂ ਹੀ ਕੁਝ ਦਿੰਦੇ ਆ ਜਦੋਂ ਅਸੀਂ ਖੁਸ਼ ਹੁੰਦੇ ਆ। ਇਹ ਮਰਜ਼ਾਦਾ ਹੈ। ਸਾਡੇ ਘਰ ਵਿਆਹ ਸ਼ਾਦੀ ਹੋਵੇ, ਬੱਚੇ ਦਾ ਜਨਮ ਹੋਵੇ, ਕੋਈ ਫੰਕਸ਼ਨ ਹੋਵੇ, ਕੋਈ ਗਰੀਬ ਆ ਜਾਵੇ, ਅਸੀਂ ਕਹਿੰਦੇ ਚਲੋ ਜਿੰਨੇ ਇਹ ਗਰੀਬ ਨੂੰ ਵੀ ਖੁਸ਼ ਕਰੀਏ। ਸਾਨੂੰ ਰੱਬ ਨੇ ਖੁਸ਼ੀ ਦਿੱਤੀ ਹੈ, ਇਹਦੀ ਵੀ ਝੋਲੀ ਭਰੀਏ, ਇਹ ਵੀ ਨਿਰਾਸ਼ ਨਾ ਜਾਵੇ। ਅੱਜ ਬੜੀ ਵੱਡੀ ਖੁਸ਼ੀ ਗੁਰੂ ਅਰਜਨ ਦੇਵ ਜੀ ਨੂੰ ਹੈ। ਚਲੋ ਉਹਨਾਂ ਕੋਲੋਂ ਆਪਣੀਆਂ ਮੂੰਹ ਮੰਗੀਆਂ ਮੁਰਾਦਾਂ ਪ੍ਰਾਪਤ ਕਰੀਏ। ਮਨ ਬਾਛਤ ਸਭ ਹਿਨ ਤਬ ਪਾਏ, ਜੋ ਜੋ ਕਿਸੇ ਦੀ ਇੱਛਾ ਸੀ ਤਾਂ ਉਹਨੇ ਮੰਗ ਲਈ। ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਕੀਆ ਹੁਆ ਸੱਚ ਹੋਵੇ। ਸਭ ਦੀਆਂ ਝੋਲੀਆਂ ਪੰਚਮ ਪਾਤਸ਼ਾਹ ਗੁਰਦੇਵ ਨੇ ਭਰ ਦਿੱਤੀਆਂ ਹਨ। ਅਧਿਕ ਭੀੜ ਸਤਿਗੁਰ ਟਿਕ ਹੋਈ, ਮਹਾਰਾਜ ਦੇ ਕੋਲ ਹਜ਼ਾਰਾਂ ਸੰਗਤਾਂ ਦੀ ਭੀੜ, ਸਰੋਵਰ ਦਾ ਕੰਢਾ ਭਰਿਆ ਹੋਇਆ ਹੈ। ਖਾਸ ਕਰਕੇ ਦੁਖ ਭੰਜਨੀ ਸਾਹਿਬ ਵਾਲਾ ਪਾਸਾ ਦਾ ਇੰਨੀ ਸੰਗਤ ਹੈ ਵੀ ਤਿਲ ਸੁੱਟਣ ਨੂੰ ਥਾਂ ਨਹੀਂ ਰਹੀ। ਹਜ਼ਾਰਾਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਹਨ। ਦਰਸ਼ਨ ਕਰ ਗਨ ਮਤ ਸਭ ਕੋਈ, ਸਭ ਦਰਸ਼ਨ ਕਰ ਕਰਕੇ ਹੁਣ ਹਨੇਰਾ ਪੈਣ ਲੱਗਾ ਹੈ, ਸ਼ਾਮ ਦਾ ਟਾਈਮ ਹੈ, ਤੋ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਨੇ। ਬਹੁਤ ਪ੍ਰਸਾਦ ਲਿਆਏ ਵਰਤਾਵਾ, ਬੜਾ ਪ੍ਰਸ਼ਾਦ ਚੜਾਵਾ ਚੜਿਆ। ਅੱਜ ਤਾਂ ਅੰਤ ਹੀ ਨਹੀਂ ਰਿਹਾ ਮਠਿਆਈਆਂ ਦਾ, ਫਲਾਂ ਦਾ, ਕੜਾ ਪ੍ਰਸ਼ਾਦ ਦੀਆਂ ਦੇਗਾਂ ਦਾ। ਕਹਿੰਦੇ ਰੱਜ ਰੱਜ ਕੇ ਸੰਗਤਾਂ ਨੇ ਛਕਿਆ, ਫਿਰ ਵੀ ਨਹੀਂ ਮੁੱਕਿਆ। ਤੋੜ ਨਾ ਆਵੇ ਵੱਧਦਾ ਹੀ ਹੋਇਆ। ਇੰਨੀਆਂ ਸੰਗਤਾਂ ਖੁਸ਼ ਹੋ ਕੇ ਗਈਆਂ ਹਨ। ਸਭ ਹਿਨ ਕੇ ਮਨ ਆਨੰਦ ਛਾਵਾ, ਸਾਰਿਆਂ ਦੇ ਮਨ ਖੁਸ਼ ਹਨ ਬੜੇ ਕਿ ਅੱਜ ਗੁਰੂ ਅਰਜਨ ਦੇਵ ਜੀ ਬੜਾ ਵੱਡਾ ਕਾਰਜ ਕਰਕੇ ਆਏ ਹਨ। ਸੰਧਿਆ ਕਰ ਸਤਿਗੁਰ ਦੇ ਸਥਾਨੋਂ, ਉੱਥੇ ਹੀ ਮਹਾਰਾਜ ਨੇ ਆਪਣੀ ਸੰਧਿਆ ਰਹਿਰਾਸ ਕੀਤੀ ਥੜੇ ਸਾਹਿਬ ਉੱਤੇ ਹੀ। ਬ੍ਰਿਧ ਸਾਥ ਤਬ ਬਾਗ ਬਖਾਨ, ਤੇ ਬਾਬਾ ਬੁੱਢਾ ਜੀ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਬਚਨ ਕੀਤਾ ਹੈ। ਆਪ ਰਹੋ ਪੁਸਤਕ ਕੇ ਪਾਸ, ਕਿ ਬਾਬਾ ਜੀ ਹੁਣ ਰਾਤ ਨੂੰ ਪੋਥੀਆਂ ਇੱਥੇ ਰਹਿਣਗੀਆਂ ਥੜੇ ਸਾਹਿਬ ਤੇ ਆਪ ਜੀ ਨੇ ਥੜਾ ਸਾਹਿਬ ਤੇ ਹੀ ਰਹਿਣਾ ਰਾਤ ਨੂੰ। ਪੋਥੀਆਂ ਦੇ ਕੋਲ ਆਪ ਜੀ ਪਹਿਰਾ ਦਿਓਗੇ। ਤੁਸੀਂ ਵੱਡੇ ਹੋ, ਸਤਿਕਾਰਯੋਗ ਹੋ, ਬਾਕੀ ਸੇਵਾਦਾਰ ਤੁਹਾਡੇ ਨਾਲ ਸਿੱਖ ਰਹਿਣਗੇ। ਆਪ ਜੀ ਪੋਥੀਆਂ ਦੇ ਕੋਲ ਇੱਥੇ ਸੇਵਾ ਸੰਭਾਲ ਜ਼ਿੰਮੇਵਾਰੀ ਨਿਭਾਓ। ਲੇਕਰ ਅਪਰ ਸਾਥ ਗਨ ਦਾਸ, ਬਾਬਾ ਬੁੱਢਾ ਸਾਹਿਬ ਜੀ ਨੂੰ ਥੜੇ ਸਾਹਿਬ ਛੱਡ ਕੇ ਬਾਕੀ ਸੇਵਾਦਾਰਾਂ ਨੂੰ ਨਾਲ ਲੈ ਕੇ ਜਾਗਰਣ ਕਰੋ ਸਿਮਰ ਸਤਨਾਮ। ਮਹਾਰਾਜ ਕਹਿੰਦੇ ਬਾਬਾ ਜੀ ਸਾਰੀ ਰਾਤ ਕੀਰਤਨ ਕਰਨਾ ਹੈ, ਜਾਗਰਣ ਕਰੋ, ਕੀਰਤਨ ਕਰਨਾ, ਜਾ ਕੇ ਬਾਣੀ ਪੜ੍ਹਨੀ ਹੈ, ਨਾਮ ਜਪਣਾ, ਸਤਨਾਮ ਸ੍ਰੀ ਵਾਹਿਗੁਰੂ, ਇਹਦਾ ਸਿਮਰਨ ਕਰਨਾ ਹੈ। ਕੀਰਤਨ ਹੋਏ ਸੋ ਚਾਰੋਂ ਜਾਨ, ਚਾਰੇ ਪਹਿਰ ਰਾਤ ਦੇ ਅੱਜ ਕੀਰਤਨ ਹੋਵੇਗਾ। ਸਾਰੀ ਰਾਤ ਕੀਰਤਨ ਕਰੋ, ਕੀਰਤਨ ਹੋਵਾ ਰਹਿਣ ਸਬਾਈ।
ਬਾਣੀ ਵਿੱਚ ਆਉਂਦਾ ਨਾ, ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਭਗਤ ਆਏ ਸੰਤ ਪਰੌਣੇ, ਕੀਰਤਨ ਹੋਆ ਰਹਿਣ ਸਬਾਈ, ਤੇ ਛੱਡ ਨਾ ਸਕੈ ਸਾਧ ਜਨ, ਰਾਜ ਦੁਆਰ ਨਾ ਸੇਵ ਕਮਾਈ। ਸੈਣਦਾਈ ਨੇ ਸਾਰੀ ਰਾਤ ਕੀਰਤਨ ਕੀਤਾ, ਸੁਣਿਆ, ਤੇ ਗੁਰੂ ਪਰਮੇਸ਼ਰ ਨੇ ਉਹਦੀ ਪੈਜ ਰੱਖੀ। ਅੱਜ ਬਾਬਾ ਬੁੱਢਾ ਸਾਹਿਬ ਨੂੰ ਮਹਾਰਾਜ ਕਹਿੰਦੇ ਤੁਸੀਂ ਇੱਥੇ ਕੀਰਤਨ ਕਰੋ ਸਰੋਵਰ ਦੇ ਕੰਢੇ ਤੇ ਬੈਠ ਕੇ। ਸ੍ਰੀ ਹਰਿਗੋਬਿੰਦ ਕੋਲੇ ਸਾਥ, ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਆਪਣੇ ਨਾਲ ਲੈ ਕੇ ਨਮੋ ਕੀਨ ਸ੍ਰੀ ਅਰਜਨ ਨਾਥ। ਗੁਰੂ ਅਰਜਨ ਦੇਵ ਜੀ ਨੇ ਪੋਥੀਆਂ ਨੂੰ ਨਮਸਕਾਰ ਕੀਤੀ ਹੈ, ਮੱਥਾ ਟੇਕਿਆ, ਗੁਰਬਾਣੀ ਨੂੰ ਨਮਸਕਾਰ ਕੀਤੀ ਹੈ। ਉਠਤ ਪ੍ਰਦਸ਼ਨਾ ਦਿਸ਼ ਕੋ ਆਏ, ਫਿਰ ਉੱਠ ਕੇ ਪਰਿਕਰਮਾ ਵਿੱਚ ਆ ਗਏ ਹਨ, ਔਰ ਦਰਸ਼ਨੀ ਸੀਸ ਨਿਵਾਏ। ਤੇ ਦਰਸ਼ਨੀ ਡਿਊਟੀ ਤੇ ਆ ਕੇ ਮੱਥਾ ਟੇਕਿਆ ਹੈ। ਅੰਦਰ ਬਰ ਹਰ ਮੰਦਰ ਗਏ, ਆਪ ਆਪਣੇ ਪੁੱਤਰ ਸ੍ਰੀ ਹਰਿਗੋਬਿੰਦ ਜੀ ਨੂੰ ਨਾਲ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਮੱਥਾ ਟੇਕਣ ਗਏ ਹਨ। ਚਤੁਰਪਤ ਪ੍ਰਦਸ਼ਨਾ ਫਿਰ ਦੇ, ਚਾਰ ਪਰਿਕਰਮਾ ਦਰਬਾਰ ਸਾਹਿਬ ਜਾ ਕੇ ਕੀਤੀਆਂ ਹਨ। ਖੜੇ ਹੋਏ ਕਰ ਸ੍ਰੀ ਦਰਬਾਰ, ਔਰ ਫਿਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਖਲੋ ਕੇ ਹੱਥ ਜੋੜ ਕਰ ਬਿਨਾ ਉਚਾਰ, ਹੱਥ ਜੋੜ ਕੇ ਅਰਦਾਸ ਕੀਤੀ ਹੈ। ਗੁਰੂ ਰਾਮਦਾਸ ਪਿਤਾ ਜੀ ਸੋਢੀ ਸੁਲਤਾਨ ਸੱਚੇ ਪਾਤਸ਼ਾਹ, ਆਪ ਜੀ ਦਾ ਸ਼ੁਕਰ ਹੈ, ਆਪ ਜੀ ਨੇ ਕਿਰਪਾ ਕੀਤੀ ਹੈ। ਆਪ ਜੀ ਦੀ ਕਿਰਪਾ ਨਾਲ ਮਹਾਨ ਗੁਰਬਾਣੀ ਦਾ ਖਜ਼ਾਨਾ ਸਾਨੂੰ ਮਿਲਿਆ ਹੈ। ਉਹ ਖਜ਼ਾਨਾ ਲੈ ਕੇ ਆਏ ਆ, ਆਪ ਜੀ ਨੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣੀ। ਨਮਸਕਾਰ ਕਰਕੇ ਬਹੁ ਭਾਉ, ਬੜੀ ਭਾਵਨਾ ਨਾਲ ਹਰਿਮੰਦਰ ਸਾਹਿਬ ਪੰਜਵੇਂ ਪਾਤਸ਼ਾਹ ਨੇ ਮੱਥਾ ਟੇਕਿਆ। ਅਰਦਾਸ ਕਰਨ ਤੋਂ ਬਾਅਦ ਫਟੇ ਬਹੁਰ ਜਿਨ ਪ੍ਰੇਮ ਸੁਭਾਉ, ਪ੍ਰੇਮ ਦਾ ਸੁਭਾਅ ਸੀ। ਗੁਰੂ ਅਰਜਨ ਦੇਵ ਜੀ ਦੇ ਪਿਆਰ ਦੀ ਮੂਰਤੀ ਸਨ। ਜਿਹਦੇ ਵੱਲ ਵੀ ਇੱਕ ਵਾਰੀ ਦੇਖ ਲੈਂਦੇ ਸਨ ਨਾ, ਉਹ ਬੰਦਾ ਵੀ ਪ੍ਰੇਮ ਦੀ ਮੂਰਤੀ ਬਣ ਜਾਂਦਾ ਸੀ। ਬੇਅੰਤ ਜੀਵਾਂ ਨੂੰ ਤਾਰਨ ਵਾਲੇ ਪੰਚਮ ਪਾਤਸ਼ਾਹ, ਵਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਜੇ ਕਿਸੇ ਨੇ ਰੱਬ ਵੇਖਣਾ ਨਾ ਤੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰ ਲਓ, ਉਹਨਾਂ ਤੋਂ ਵੱਡਾ ਰੱਬ ਹੋਰ ਕੋਈ ਨਹੀਂ। ਆਖੋ ਸਤਿਨਾਮ। ਪੰਚਮ ਪਾਤਸ਼ਾਹ ਸਤਿਗੁਰੂ ਜੀ ਸ੍ਰੀ ਦਰਬਾਰ ਸਾਹਿਬ ਨਮਸਕਾਰ ਕਰਕੇ ਚੱਲੇ ਪਾਏ ਹਨ। ਸ੍ਰੀ ਹਰਿਗੋਬਿੰਦ ਸੰਗ ਸੁਹਾਏ, ਮੇਰੀ ਪਿੰਡ ਦੇ ਮਾਲਕ 8 ਸਾਲ ਦੇ ਸਨ। ਉਸ ਵੇਲੇ ਆਪਣੇ ਪਿਤਾ ਜੀ ਦੇ ਨਾਲ ਤੁਰੇ ਜਾਂਦੇ ਨੇ। ਮੰਦ ਮੰਦ ਆਪਣੇ ਘਰ ਆਏ, ਹੌਲੇ ਹੌਲੇ ਸਹਿਜੇ ਸਹਿਜੇ ਗੁਰੂ ਕੇ ਮਹਿਲ, ਅੱਜ ਕੱਲ੍ਹ ਗੁਰਦੁਆਰਾ ਗੁਰੂ ਕੇ ਮਹਿਲ ਜਿੱਥੇ 9ਵੀਂ ਪਾਤਸ਼ਾਹੀ ਦਾ ਜਨਮ ਸਥਾਨ ਨਹੀਂ ਹੈ, ਇਹ ਗੁਰੂ ਕੇ ਮਹਿਲ ਚੌਥੇ ਪਾਤਸ਼ਾਹ ਨੇ ਬਣਾਏ ਸਨ। ਇਹਨਾਂ ਵਿੱਚ ਵੀ ਇਹਨਾਂ ਦੇ ਪੰਜਵੇਂ ਪਾਤਸ਼ਾਹ ਵੀ ਰਹੇ ਨੇ, ਛੇਵੇਂ ਪਾਤਸ਼ਾਹ ਵੀ ਰਹੇ ਨੇ, ਤੇ 9ਵੇਂ ਪਾਤਸ਼ਾਹ ਦਾ ਇੱਥੇ ਹੀ ਅਵਤਾਰ ਹੋਇਆ ਗੁਰੂ ਕੇ ਮਹਿਲਾਂ 'ਚ। ਇਹ ਰਹਿਸ ਸੀ ਗੁਰੂ ਸਾਹਿਬ ਜੀ ਦੀ। ਉੱਥੇ ਆ ਗਏ ਨੇ ਪੰਜਵੇਂ ਪਾਤਸ਼ਾਹ। ਦਾਸੀ ਦਾਸ ਆਨ ਪੱਗ ਲਾਗੇ, ਜਦੋਂ ਮਹਾਰਾਜ ਘਰ 'ਚ ਆਏ ਨੇ, ਘਰ ਦੇ ਨੌਕਰ ਦਾਸੀਆਂ ਦਾਸ ਕਹਿਲੂਏ ਸੇਵਾਦਾਰ ਆ ਕੇ ਚਰਨਾਂ 'ਚ ਮੱਥਾ ਟੇਕਦੇ ਨੇ। ਪੂਜੀ ਕੁਸ਼ਲ ਗੁਰੂ ਰਸ ਪਾਗੇ, ਤੇ ਪ੍ਰੇਮ ਭਿੱਜੇ ਸਤਿਗੁਰੂ ਜੀ ਨੇ ਸਾਰਿਆਂ ਦਾ ਹਾਲ ਚਾਲ ਪੁੱਛਿਆ ਹੈ। ਅੰਦਰ ਪ੍ਰਵੇਸ਼ੈ ਉਠ ਸ੍ਰੀ ਗੰਗਾ, ਅੰਦਰ ਜਦੋਂ ਘਰ ਵੜੇ ਨੇ ਤੇ ਮਾਤਾ ਗੰਗਾ ਜੀ ਨੇ ਸਵਾਗਤ ਕੀਤਾ ਹੈ। ਆਨ ਲਗੀ ਪਾਇਨ ਕੇ ਸੰਗਾ, ਮਾਤਾ ਗੰਗਾ ਜੀ ਆ ਕੇ ਪੰਜਵੇਂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ, ਆਪਣੇ ਪਤੀ ਦੇਵ ਨੂੰ ਨਮਸਕਾਰ ਕੀਤੀ ਹੈ। ਸੁਤ ਕੋਲੇ ਪ੍ਰਯੰਕ ਪਰ ਬੈਸੇ, ਤੇ ਮਹਾਰਾਜ ਆਪਣੇ ਪੁੱਤਰ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੋਦ ਵਿੱਚ ਲੈ ਕੇ ਪਲੰਗ ਤੇ ਬੈਠ ਗਏ ਨੇ। ਰਾਮਚੰਦ ਕੋ ਦਸ਼ਰਥ ਜੈਸੇ, ਆਹ ਜਿਵੇਂ ਸ੍ਰੀ ਰਾਮਚੰਦਰ ਜੀ ਨੂੰ ਦਸ਼ਰਥ ਜੀ ਆਪਣੀ ਗੋਦੀ 'ਚ ਲੈ ਕੇ ਕਦੀ ਬੈਠੇ ਹੋਣਗੇ ਅਯੁੱਧਿਆ ਦੇ ਵਿੱਚ, ਏਦਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਬਲੀ ਛੇਵੇਂ ਪਾਤਸ਼ਾਹ ਨੂੰ ਗੋਦ ਵਿੱਚ ਲੈ ਕੇ ਬੈਠੇ ਨੇ। ਮਾਤੁਲ ਪਤਨੀ ਕੇ ਸੰਦੇਸ਼, ਔਰ ਫਿਰ ਆਪਣੀ ਪਤਨੀ ਮਾਤਾ ਗੰਗਾ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੀ ਮਾਮੀ ਦਾ ਸੁਨੇਹਾ ਦਿੰਦੇ ਨੇ। ਬਾਬਾ ਮੋਹਰੀ ਜੀ ਦੀ ਘਰਵਾਲੀ ਜਿਹੜੀ ਗੁਰੂ ਅਰਜਨ ਦੇਵ ਜੀ ਦੀ ਮਾਮੀ ਸੀ, ਗੁਰੂ ਅਮਰਦਾਸ ਦੀ ਨੂੰਹ ਸੀ, ਬੜੀ ਸਿਆਣੀ ਸੀ। ਉਹੀ ਸਾਰੇ ਘਰ ਦੀ ਜ਼ਿੰਮੇਵਾਰੀ ਗੋਇੰਦਵਾਲ ਸਾਹਿਬ ਸੰਭਾਲਦੀ ਸੀ। ਤੇ ਉਹਨੇ ਮਿੱਠੇ ਮਿੱਠੇ ਉਲਾਂਭੇ ਵੀ ਦਿੱਤੇ ਸੀ ਕਿ ਤੁਸੀਂ ਜਦੋਂ ਦੇ ਅੰਮ੍ਰਿਤਸਰ ਗਏ ਹੋ ਮੁੜ ਕੇ ਆਏ ਹੀ ਨਹੀਂ, ਮਾਨਕਿਆਂ ਨੂੰ ਨਾਨਕਿਆਂ ਨੂੰ ਭੁੱਲ ਗਏ ਹੋ। ਗੰਗਾ ਨੂੰ ਕਿਹਾ ਜੇ ਮਾਮੀ ਨੂੰ ਮਿਲ ਕੇ ਜਾਣ ਤੇ ਯਾਦ ਕਰਿਆ ਕਰਨ। ਉਹ ਸਾਰੇ ਸੁਨੇਹੇ ਨਾ ਮਾਮੀ ਦੇ ਆਪਣੀ ਧਰਮ ਪਤਨੀ ਨੂੰ ਗੁਰੂ ਅਰਜਨ ਦੇਵ ਜੀ ਨੇ ਦਿੱਤੇ ਹਨ। ਪਰਿਵਾਰ ਦਾ ਬਿਤੀ ਅਸ਼ੇਸ਼, ਹੋਰ ਜਿਵੇਂ ਪੋਥੀਆਂ ਮਿਲੀਆਂ ਸਨ, ਜਿਵੇਂ ਬਾਬਾ ਮੋਹਨ ਜੀ ਨੇ ਪੋਥੀਆਂ ਦਿੱਤੀਆਂ ਸਨ,
ਉਹ ਸਾਰੀ ਕਥਾ ਮਾਤਾ ਗੰਗਾ ਜੀ ਨੂੰ ਪੰਚਮ ਪਾਤਸ਼ਾਹ ਨੇ ਸੁਣਾਈ ਹੈ। सने सने गंगा को श्रवण ਮਾਤਾ ਗੰਗਾ ਜੀ ਬੜੀ ਸ਼ਰਧਾਲੂ ਪਵਿੱਤਰ ਆਤਮਾ ਸਨ, ਬੜੀ ਸ਼ਰਧਾ ਨਾਲ ਸੁਣਦੇ ਹਨ ਆਪਣੇ ਪਤੀ ਦੇਵ ਤੋਂ ਪੋਥੀਆਂ ਲਿਆਉਣ ਦੀ ਕਥਾ। कीन सुनावन गुर सुख पावन ਸੁੱਖਾਂ ਦੇ ਦਾਤੇ ਸਤਿਗੁਰੂ ਸੁਣਾ ਰਹੇ ਨੇ ਤੇ ਮਾਤਾ ਗੰਗਾ ਜੀ ਚਰਨਾਂ 'ਚ ਬੈਠ ਕੇ ਸੁਣ ਰਹੇ ਨੇ। तब गंगा मन आनंद पाए ਤਾਂ ਮਾਤਾ ਗੰਗਾ ਜੀ ਬੜੇ ਹੀ ਖੁਸ਼ ਹੋਏ ਨੇ, ਬਹੁਤ ਹੀ ਪ੍ਰਸੰਨ ਹੋਏ ਨੇ। ਅੱਜ निकट बैठ भोजन अचवाए ਕੋਲ ਬਹਿ ਕੇ ਹੱਥ 'ਚ ਪੱਖਾ ਲੈ ਲਿਆ ਹੈ ਤੇ ਆਪਣੇ ਪਤੀ ਪੰਚਮ ਪਾਤਸ਼ਾਹ ਜੀ ਨੂੰ ਤੇ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੋਜਨ ਛਕਾਇਆ ਹੈ। निज करके ठानत बहु सेवा ਮਾਤਾ ਗੰਗਾ ਜੀ ਆਪਣੇ ਹੱਥੀ ਸੇਵਾ ਕਰਦੇ, ਆਪ ਆਪਣੇ ਹੱਥੀ ਲੰਗਰ ਪਰੋਸਦੇ ਐ ਤੇ ਛਕਾਉਂਦੇ ਹਨ। महिमा जाने श्री गुरुदेवा ਕਿਉਂਕਿ ਮਾਤਾ ਗੰਗਾ ਜੀ ਨੂੰ ਸਤਿਗੁਰਾਂ ਦੀ ਮਹਿਮਾ ਦਾ ਪਤਾ ਸੀ। ਸਾਧ ਸੰਗਤ ਜੀ, ਇਸ ਸੰਸਾਰ ਦੇ ਵਿੱਚ ਪਤੀ ਪਤਨੀ ਕੁਹਾਂਦੇ ਤੇ ਬਹੁਤ ਨੇ, ਪਰ ਪਤੀ ਪਤਨੀ ਬਣਨਾ ਔਖਾ ਹੈ। ਪਤੀ ਉਹ ਹੈ ਜਿਹੜਾ ਪਤਨੀ ਦੀ ਭਾਵਨਾ ਨੂੰ ਸਮਝਦਾ ਹੋਵੇ, ਪਤਨੀ ਉਹ ਹੈ ਜਿਹੜੀ ਪਤੀ ਦੇ ਮਹੱਤਵ ਨੂੰ ਸਮਝਦੀ ਹੋਵੇ। ਜਿਹੜੀ ਇਸਤਰੀ ਨੂੰ ਆਪਣੇ ਪਤੀ ਦਾ ਮਹੱਤਵ ਹੀ ਨਹੀਂ ਪਤਾ ਵੀ ਇਹ ਕੀ ਹੈ, ਉਹ ਉਹਦੀ ਸੇਵਾ ਕੀ ਕਰੇਗੀ। ਤੇ ਜਿਹੜਾ ਪਤੀ ਆਪਣੇ ਪਤਨੀ ਦੇ ਮਨ ਦੀ ਭਾਵਨਾ ਨਹੀਂ ਸਮਝ ਸਕਿਆ, ਉਹਦੀ ਪਾਲਣਾ ਕੀ ਕਰੇਗਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪਤੀ ਹਨ ਤੇ ਸਾਧ ਸੰਗਤ ਜੀ ਪੂਜ ਮਾਤਾ ਜੀ ਮਾਤਾ ਗੰਗਾ ਜੀ ਪਤਨੀ ਹਨ। ਕਿਤਨੇ ਪਿਆਰ ਦੀ ਮੂਰਤੀ ਹੈ। ਬਾਣੀ 'ਚ ਲਿਖਿਆ ਨਾ ਕਿ ਇੱਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਾ ਰਹੇ ਨੇ। सुपत हेत प्रयांक अरूढ़े ਮਹਾਰਾਜ ਫਿਰ ਰਾਤ ਨੂੰ ਪਲੰਗ ਤੇ ਬਿਰਾਜਮਾਨ ਹੋ ਗਏ ਨੇ ਸੌਣ ਵਾਸਤੇ, ਸੁੱਖ ਲੈਣ ਵਾਸਤੇ। एक पर हर गोविंद गुण पूरे ਦੂਸਰੇ ਪਲੰਗ ਦੇ ਉੱਤੇ ਮਹਾਬਲੀ ਛੇਵੇਂ ਪਾਤਸ਼ਾਹ ਜੀ ਪਿਤਾ ਜੀ ਦੇ ਲਾਗੇ ਹੀ ਉਹ ਵੀ ਬਿਰਾਜ ਗਏ ਨੇ। सुख तो सैन करे निसमाही ਸੁੱਖ ਨਾਲ ਰਾਤ ਨੂੰ ਗੁਜ਼ਾਰੀ ਹੈ ਸੌਂ ਕੇ। रही जान जागे गुण ग्राही ਲਗਭਗ ਸਵਾ ਪਹਿਰ ਰਾਤ ਰਹਿੰਦੀ ਉੱਠ ਪੈਣਾ ਗੁਰੂ ਜੀ ਦਾ ਨੇਮ ਸੀਗਾ। ਲਗਭਗ 2-2:30 ਵਜੇ ਦਾ ਪੱਕੇ ਉੱਠ ਪੈਂਦੇ। ਦਸੇ ਪਾਤਸ਼ਾਹੀਆਂ ਕਦੀ ਵੀ ਅੰਮ੍ਰਿਤ ਵੇਲਾ ਨਹੀਂ ਖੁਜਾਇਆ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਵਾ ਪਹਿਰ ਰਾਤ ਰਹਿੰਦੀ ਮਹਾਰਾਜ ਪੰਚਮ ਪਾਤਸ਼ਾਹ ਜੀ ਤੇ ਛੇਵੇਂ ਪਾਤਸ਼ਾਹ ਜੀ ਉੱਠ ਪਏ ਹਨ। सत चेतन आनंद स्वरूपा ਇਸ਼ਨਾਨ ਕਰਕੇ ਆਪਣਾ ਸਰੂਪ ਜੋ ਅਸਲ ਸਰੂਪ ਹੈ, ਸਤ ਚੇਤਨ ਆਨੰਦ ਸਰੂਪ ਹੈ, ਉਹਦੇ ਵਿੱਚ ਧਿਆਨ ਲਾ ਲਿਆ ਹੈ। इसमें निश्चल वृत्ति अनुपा ਉਹਦੇ ਵਿੱਚ ਬਿਰਤੀ ਟਿਕਾ ਲਈ ਹੈ। ਆਤਮਾ ਦੇ ਸਰੂਪ ਵਿੱਚ ਬਿਰਤੀ ਲੀਨ ਕਰਕੇ ਸਮਾਧੀ ਸਥਿਤ ਹੋ ਗਏ ਹਨ ਪੰਚਮ ਪਾਤਸ਼ਾਹ ਜੀ। प्रथम सोच कर कै मन पावन ਸੌਚ ਇਸ਼ਨਾਨ ਕਰਕੇ पुनः कीन जल ले रद धावन ਔਰ ਫਿਰ ਦਾਤਨ ਆਦਿ ਕਰਕੇ कूप नीर ते मज्जन ठान ਪਹਿਲਾਂ ਖੂਹ ਤੇ ਇਸ਼ਨਾਨ ਕਰਨਾ ਇਹ ਮਰਜ਼ਾਦਾ ਹੁਣ ਵੀ ਹੈ। ਜਿਨ੍ਹਾਂ ਨੂੰ ਪਤਾ, ਪਹਿਲਾਂ ਉੱਥੇ ਹੁਣ ਟੂਟੀਆਂ ਲੱਗੀਆਂ, ਪਹਿਲਾਂ ਖੂਹ ਹੁੰਦੇ ਸਨ। ਖੂਹ ਤੇ ਇਸ਼ਨਾਨ ਕਰੋ ਫਿਰ ਸਰੋਵਰ ਵਿੱਚ ਇਸ਼ਨਾਨ। ਪਹਿਲਾਂ ਖੂਹ ਤੇ ਇਸ਼ਨਾਨ ਕੀਤਾ ਹੈ। पुन दुख भंजन कीन स्नान ਫਿਰ ਦੁੱਖ ਭਜਣੀ ਬੇਰੀ ਦੇ ਲਾਗੇ ਪਾਵਨ ਅੰਮ੍ਰਿਤ ਸਰੋਵਰ ਵਿੱਚ ਚੁਭਾ ਲਾਇਆ ਹੈ। खड़े जाए बैठे सुख पावन ਫਿਰ ਸੱਚੇ ਪਾਤਸ਼ਾਹ ਜੀ ਥੜੇ ਤੇ ਜਾ ਬੈਠੇ ਹਨ ਜਿੱਥੇ ਬਾਬਾ ਬੁੱਢਾ ਜੀ ਕੀਰਤਨ ਕਰ ਰਹੇ ਹਨ। अजपा जाप जपयो कर मौन ਔਰ ਫਿਰ ਮਨ ਬਿਰਤੀ ਜੋੜ ਕੇ ਅਜੱਪਾ ਜਾਪ ਜਪਿਆ ਹੈ। पुन प्राची दिशती अरुणाई ਫਿਰ ਪੂਰਬ ਵਾਲੇ ਪਾਸਿਓਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਣੀਆਂ ਸ਼ੁਰੂ ਹੋਈਆਂ। ਭਾਵ ਅੰਮ੍ਰਿਤ ਵੇਲੇ ਸੂਰਜ ਚੜ੍ਹਨ ਲੱਗਾ ਹੈ। सिमर निश्चौ चटिका चौकाई ਫਿਰ ਚਿੜੀ ਚੌਕੀ ਪੋ ਫੁੱਟੀ ਵਗਣ ਬਹੁਤ ਤਰ੍ਹਾਂ ਚਿੜੀਆਂ ਨੇ ਚੀਂ ਚੀਂ ਕੀਤੀ ਹੈ। ਬੜਾ ਹੀ ਸੋਹਣਾ ਮਾਹੌਲ ਬਣਿਆ ਹੈ। कमल विलोचन बिन से धोई ਉਸ ਵੇਲੇ ਪਾਤਸ਼ਾਹ ਦੋਵੇਂ ਨੇਤਰ ਖੋਲੇ ਹਨ ਗੁਰੂ ਅਰਜਨ ਦੇਵ ਜੀ ਨੇ। उठे प्रभु प्रभात लख होई ਸੋ ਸਾਧ ਸੰਗਤ ਜੀ ਹੁਣ ਦਿਨ ਹੋਇਆ, ਮਹਾਰਾਜ ਉੱਠੇ ਹਨ। बड़ी प्रकरमा फिर कर आए ਫਿਰ ਸਰੋਵਰ ਦੀ ਪੂਰੀ ਪਰਿਕਰਮਾ ਕੀਤੀ ਹੈ। और दर्शनी शीस निवाए ਦਰਸ਼ਨੀ ਡਿਉਢੀ ਤੇ ਮੱਥਾ ਟੇਕਿਆ ਹੈ। पुनः जाए दरबार संबंधे ਫਿਰ ਸ੍ਰੀ हरमंदर ਸਾਹਿਬ ਜਾ ਕੇ ਬੰਦਨਾ ਕੀਤੀ ਹੈ। चतुर प्रदक्षिणा कीन आनंद ਚਾਰ ਪਰਿਕਰਮਾ ਕੀਤੀਆਂ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ। एवं दर्शन कर फिर पुनः आए ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਕੇ ਫਿਰ ਵਾਪਸ ਉੱਥੇ ਹੀ ਆ ਗਏ ਹਨ बैठ खड़े पर गुरु सुहाग ਜਿੱਥੇ ਗੁਰਬਾਣੀ ਦੀਆਂ ਪੋਥੀਆਂ ਹਨ। मनो शंभ थित गुर कैलाशा ਕਵੀ ਜੀ ਕਹਿੰਦੇ ਆ
ਇਦਾਂ ਲੱਗਦਾ ਜਿਵੇਂ ਕੈਲਾਸ਼ ਪਰਬਤ ਤੇ ਸ਼ਿਵ ਜੀ ਭਗਵਾਨ ਚੌਂਕੜਾ ਲਾ ਕੇ ਬੈਠੇ ਹੋਣ ਸੁਣ ਜਿਵੇਂ ਸਿੱਖ ਐਸੇ ਚਾਹੋ ਪਾਸਾ ਤੇ ਉਹਨਾਂ ਦੇ ਆਲੇ ਦੁਆਲੇ ਦੇਵਤੇ ਬੈਠੇ ਹੋਣ। ਪੰਜਵੇਂ ਪਾਤਸ਼ਾਹ ਮਹਾਰਾਜ ਸ਼ਿਵ ਸਰੂਪ ਬੈਠੇ ਹਨ ਤੇ ਗੁਰੂ ਕੇ ਸਿੱਖ ਦੇਵਤਿਆਂ ਤਰ੍ਹਾਂ ਸੋਭਾ ਪਾ ਰਹੇ ਹਨ। ਸੰਗਤ ਆਏ ਸ੍ਰੀ ਮੁਖ ਤੇ ਬੋਲੇ ਬਾਚੇ ਐਸੇ। ਉਸ ਵੇਲੇ ਮਹਾਰਾਜ ਪੰਚਮ ਪਾਤਸ਼ਾਹ ਆਪਣੀ ਪਾਵਨ ਰਸਨਾ ਤੋਂ ਇਹ ਬਚਨ ਬੋਲੇ ਹਨ। ਇਸੇ ਕਮਲ ਖਿਰੇ ਅਗ ਜੈਸੇ। ਜਿਵੇਂ ਸਾਧ ਸੰਗਤ ਜੀ ਕਮਲ ਦੇ ਫੁੱਲ ਖਿੜਦੇ ਨੇ ਨਾ, ਵਿੱਚੋਂ ਭੌਰੇ ਉਡਾਰੀ ਮਾਰ ਕੇ ਬਾਹਰ ਆਉਂਦੇ ਨੇ, ਮਹਾਰਾਜ ਦੇ ਸੋਹਣੇ ਸੋਹਣੇ ਬੁੱਲ ਫਰਕੇ ਨੇ ਤੇ ਉਹਦੇ ਵਿੱਚੋਂ ਸਾਰੀ ਦੁਨੀਆ ਦਾ ਭਲਾ ਕਰਨ ਵਾਲੇ ਬਚਨ ਨਿਕਲੇ ਨੇ। ਚਿੱਤ ਦਾ ਸੁਣ ਭਾਈ ਗੁਰਦਾਸ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਧਿਆਨ ਨਾਲ ਸਾਡਾ ਬਚਨ ਸੁਣੋ। ਪਰ ਉਪਕਾਰ ਬੜੋ ਸੁਖ ਰਾਸ। ਇਹ ਸਾਰੀ ਦੁਨੀਆ ਦਾ ਭਲਾ ਕਰਨ ਵਾਲਾ ਕਾਰਜ ਹੈ, ਇਸ ਤੋਂ ਵੱਡਾ ਕੋਈ ਪਰਉਪਕਾਰ ਨਹੀਂ ਹੈ। ਜੇ ਦੇਖ ਕਰ ਸਭ ਪੋਥੀ। ਸਾਰੀਆਂ ਪੋਥੀਆਂ ਦੇਖ ਦੇਖ ਕੇ ਲਗ ਮਾਤਰ ਸਿਹਾਰੀ ਬਿਹਾਰੀ ਕੋਈ ਵੱਧ ਘੱਟ ਨਾ ਹੋਵੇ। ਗੁਰੂ ਕੀ ਬਾਣੀ ਬੜੇ ਤਰੀਕੇ ਨਾਲ ਬੜੀ ਮਰਜ਼ਾਦਾ ਨਾਲ ਲਿਖਣੀ ਹੈ। ਇੱਕ ਸਾਧ ਸੰਗਤ ਜੀ ਜਿਹੜੇ ਪੜ੍ਹੇ ਲਿਖੇ ਹਨ ਉਹਨਾਂ ਨੂੰ ਪਤਾ ਸੰਪਾਦਨ ਕਲਾ ਹੁੰਦੀ ਹੈ। ਕਿਸੇ ਪੁਸਤਕ ਨੂੰ ਲਿਖ ਦੇਣਾ ਹੋਰ ਗੱਲ ਹੈ, ਉਸ ਨੂੰ ਐਡਿਟ ਕਰਕੇ ਚੰਗੀ ਤਰੀਕੇ ਨਾਲ ਉਹਨੂੰ ਸੰਪਾਦਨ ਕਰਕੇ ਫਿਰ ਪ੍ਰਕਾਸ਼ਿਤ ਕਰਨਾ ਉਹ ਬੜੀ ਹੋਰ ਵੱਖਰੀ ਕਲਾ ਹੈ, ਉਹ ਹਰ ਇੱਕ ਨੂੰ ਨਹੀਂ ਆਉਂਦੀ। ਤੇ ਅੱਜ ਤੱਕ ਜਿੰਨੇ ਵੀ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸਰ ਵਿਦਵਾਨ ਡਾਕਟਰ ਗਿਆਨੀ ਹਨ ਜਾਂ ਜਿੰਨੇ ਵੀ ਦੁਨੀਆ ਦੇ ਵਿੱਚ ਵੱਡੇ ਵੱਡੇ ਵਿਦਿਆਲਿਆਂ ਦੇ ਵਿੱਚ ਚੰਗੇ ਚੰਗੇ ਸਾਹਿਤ ਦੇ ਜਾਣਕਾਰ ਹਨ, ਉਹ ਇਸ ਗੱਲ ਤੇ ਇੱਕ ਰਾਏ ਹਨ ਕਿ ਜੈਸੀ ਸੰਪਾਦਨਾ ਦੀ ਕਲਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵਰਤੀ ਗਈ ਹੈ ਦੁਨੀਆ ਦੇ ਹੋਰ ਕਿਸੇ ਗ੍ਰੰਥ 'ਚ ਨਹੀਂ ਵਰਤੀ। ਬੜੇ ਕਮਾਲ ਨਾਲ ਤੁਸੀਂ ਰਾਗ ਸ਼ੁਰੂ ਕਰੋ, ਪਹਿਲਾਂ ਉਸ ਰਾਗ 'ਚ ਸ਼ਬਦ ਆਉਣਗੇ, ਸ਼ਬਦ ਵੀ ਪਹਿਲੀ ਪਾਤਸ਼ਾਹੀ ਦੇ ਪਹਿਲਾਂ ਆਉਣਗੇ, ਫਿਰ ਤੀਜੀ ਪਾਤਸ਼ਾਹੀ ਦੇ ਆਉਣਗੇ, ਫਿਰ ਚੌਥੀ ਪਾਤਸ਼ਾਹੀ ਦੇ, ਫਿਰ ਪੰਜਵੀਂ ਦੇ, ਫਿਰ ਨੌਵੀਂ ਦੇ, ਫਿਰ ਆਉਣਗੇ ਛੰਤ ਪਹਿਲੀ ਪਾਤਸ਼ਾਹੀ ਦੇ, ਤੀਜੀ ਪਾਤਸ਼ਾਹੀ ਦੇ, ਚੌਥੀ ਦੇ, ਪੰਜਵੀਂ ਦੇ, ਫਿਰ ਵਾਰਾਂ ਆਉਣਗੀਆਂ। ਵਾਰਾਂ ਤੋਂ ਬਾਅਦ ਭਗਤਾਂ ਦੀ ਬਾਣੀ ਆਵੇਗੀ, ਪਹਿਲਾਂ ਕਬੀਰ ਜੀ ਦੀ ਆਏਗੀ, ਫਿਰ ਉਹਦੇ ਵਿੱਚ ਅਸ਼ਟਪਦੀਆਂ ਵੀ ਆਉਣਗੀਆਂ ਤੇ ਪਹਿਲੀ ਪਾਤਸ਼ਾਹੀ ਦੀਆਂ, ਫਿਰ ਦੂਜੀ ਤੇ ਤੀਜੀ ਪਾਤਸ਼ਾਹੀ ਦੀਆਂ, ਫਿਰ ਚੌਥੀ, ਫਿਰ ਪੰਜਵੀਂ ਪਾਤਸ਼ਾਹੀ ਦੀਆਂ, ਫਿਰ ਵਾਰਾਂ ਆਉਣਗੀਆਂ। ਵਾਰਾਂ ਤੋਂ ਬਾਅਦ ਭਗਤਾਂ ਦੀ ਬਾਣੀ ਆਏਗੀ, ਪਹਿਲਾਂ ਕਬੀਰ ਜੀ ਦੀ ਆਏਗੀ ਕਿਉਂਕਿ ਸਭ ਤੋਂ ਜ਼ਿਆਦਾ ਉਹਨਾਂ ਦੀ ਬਾਣੀ ਹੈ, ਫਿਰ ਨਾਮਦੇਵ ਜੀ ਦੀ ਆਏਗੀ, ਦੂਜੇ ਨੰਬਰ ਤੇ 64 ਸ਼ਬਦ ਉਹਨਾਂ ਦੇ ਆ, ਫਿਰ ਰਵਿਦਾਸ ਜੀ ਮਹਾਰਾਜ ਦੀ ਆਏਗੀ 40 ਸ਼ਬਦ ਉਹਨਾਂ ਦੇ ਹਨ, ਤੇ ਫਿਰ ਜਿਨ੍ਹਾਂ ਭਗਤਾਂ ਦੇ 2-2 3-3 4-4 ਸ਼ਬਦ ਨੇ ਫਿਰ ਉਹਨਾਂ ਦੀ ਬਾਣੀ ਆਈ। ਇਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ ਵੀ ਕੋਈ ਵੀ ਸ਼ਬਦ ਲੱਭਣਾ ਹੋਵੇ ਜੇ ਜਿਹਨੂੰ ਜਾਣਕਾਰੀ ਹੈ ਉਹ ਬਿਨਾਂ ਤਤਲੇ ਦੇ ਵੀ ਲੱਭ ਸਕਦਾ ਹੈ। ਅੱਜ ਕੱਲ੍ਹ ਤੇ ਚਲੋ ਇੰਡੈਕਸ ਬਣ ਕੇ ਫੋਨ ਦੇ ਉੱਤੇ ਪੰਕਤੀ ਲੱਭਦੇ ਆ ਤੇ ਆ 1430 ਅੰਗ ਵਾਲੀ ਜਿਹੜੀ ਬੀੜ ਹੈ ਇਹ ਤਾਂ 1890 ਦੇ ਵਿੱਚ ਹੋਈ ਹੈ ਨਾ। ਪਹਿਲਾਂ ਤੇ ਅੰਗ ਵੱਧ ਘੱਟ ਹੁੰਦੇ ਸੀ ਹੱਥ ਲਿਖਤ ਬੀੜਾਂ ਦੇ, ਤੇ ਜਿਹੜੇ ਜਾਣਕਾਰ ਬਾਣੀ ਦੇ ਅਭਿਆਸੀ ਝੱਟ ਲੱਭ ਲੈਂਦੇ ਸੀ। ਉਹ ਕਿੰਨਾ ਗੁਰੂ ਕੀ ਬਾਣੀ ਨਾਲ ਪ੍ਰੇਮ ਸੀ ਸਿੱਖਾਂ ਦਾ। ਗੁਰੂ ਅਰਜਨ ਦੇਵ ਜੀ ਨੇ ਕੋਈ ਕਸਰ ਨਹੀਂ ਰਹਿਣ ਦਿੱਤੀ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਪੂਰੀ ਸਾਵਧਾਨੀ ਨਾਲ ਇਹ ਕਾਰਜ ਕਰਨਾ ਹੈ ਤੇ ਤੁਸੀਂ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰਨਾ ਹੈ। ਕਰੋ ਗ੍ਰੰਥ ਸਾਹਿਬ ਰਸ ਪੀਨੀ। ਤੇ ਗੁਰੂ ਦੀ ਬਾਣੀ ਰਸ ਪੀਨੀ ਅੰਮ੍ਰਿਤਮਈ ਬਾਣੀ ਦਾ ਇੱਕ ਜਗ੍ਹਾ ਤੇ ਖਜ਼ਾਨਾ ਇਕੱਠਾ ਕਰ ਲਈਏ। ਸੁਮਤ ਬਿਲੋਚਨ ਜਿਨ ਕੇ ਨਾਹਿਨ। ਜਿਨ੍ਹਾਂ ਦੇ ਕੋਲ ਚੰਗੀ ਮਤ ਰੂਪੀ ਅੱਖਾਂ ਨੇ, ਬੁੱਧੀ ਰੂਪੀ ਅੱਖਾਂ ਨਹੀਂ। ਸਮ ਦਮ ਸਬਲ ਸੁਬਾਹ ਜਾਣਿਨ। ਜਿਨ੍ਹਾਂ ਕੋਲ ਸਮ ਦਮ ਰੂਪੀ, ਸਮ ਹੁੰਦਾ ਮਨ ਨੂੰ ਰੋਕਣਾ, ਦਮ ਹੁੰਦਾ ਆਪਣੀਆਂ ਇੰਦਰੀਆਂ ਨੂੰ ਰੋਕਣਾ, ਜਿਨ੍ਹਾਂ ਕੋਲ ਇਹ ਵੀ ਬਲ ਨਹੀਂ ਹੈ। ਤਪ ਮਖ ਪਗ ਤੇ ਜੇ ਨਰਹੀਨੇ। ਜਿਹੜੇ ਤਪ ਵੀ ਨਹੀਂ ਕਰ ਸਕਦੇ, ਯੱਗ ਵੀ ਨਹੀਂ ਕਰ ਸਕਦੇ, ਹੋਰ ਦਾਨ ਪੁੰਨ ਵੀ ਨਹੀਂ ਕਰ ਸਕਦੇ। ਇਨ ਹਿਤ ਸੇਤ ਰਚੋਂ ਹਿਤ ਦੀਨੇ। ਉਹਨਾਂ ਵਾਸਤੇ, ਅੰਨਿਆਂ ਵਾਸਤੇ, ਲੂਲਿਆਂ ਲੰਗੜਿਆਂ ਵਾਸਤੇ, ਬੋਲਿਆਂ ਤਾਣਿਆਂ ਵਾਸਤੇ। ਕਿਹੜੇ? ਜਿਨ੍ਹਾਂ ਦੇ ਅੰਦਰ ਕਹਿੰਦੇ ਗਿਆਨ ਦੀਆਂ ਅੱਖਾਂ ਕੋਈ ਨਹੀਂ, ਜਿਨ੍ਹਾਂ ਕੋਲ ਭੈ ਦੇ ਚਰਨ ਕੋਈ ਨਹੀਂ, ਜਿਨ੍ਹਾਂ ਕੋਲ ਸ਼ਰਧਾ ਪਿਆਰ ਕੋਈ ਨਹੀਂ, ਜਿਹੜੇ ਬਿਲਕੁਲ ਹੀ ਵਿਚਾਰੇ ਕਲਯੁਗ ਦੇ ਵਿੱਚ ਹੀ ਭਟਕ ਰਹੇ ਨੇ। ਆਖੋ ਸਤਿਨਾਮ। ਹੁਣ ਨਦੀ ਬੜੀ ਵੱਡੀ ਹੈ, ਸੰਸਾਰ ਦੀ ਸਮੁੰਦਰ ਹੈ, ਇਹਨੂੰ ਪਾਰ ਕਰਨਾ, ਉਹਦੇ ਵਾਸਤੇ ਜਹਾਜ਼ ਬਣਾ ਦਈਏ। ਆਖੋ ਸਤਿਨਾਮ। ਮੇਰੇ ਗੁਰਾਂ ਨੇ ਜਹਾਜ਼ ਬਣਾਇਆ, ਆਜੋ ਜਿਹਨੇ ਪਾਰ ਲੱਗਣਾ। ਪੁਰਾਣੇ ਸਿੰਘ ਪੜ੍ਹਦੇ ਹੁੰਦੇ ਸੀ ਨਾ ਧਾਰਨਾ, ਇਹ ਜਹਾਜ਼ ਗੁਰੂ ਗ੍ਰੰਥ ਸਾਹਿਬ ਹੀ ਹੈ। ਵਾਹਿਗੁਰੂ ਗੁਰੂ ਗ੍ਰੰਥ ਜੀ ਉਬੇ ਜਹਾਜ਼ ਉਦਾਰ। ਵਾਹਿਗੁਰੂ ਮੰਤਰ ਜਹਾਜ਼ ਹੈ ਤੇ ਗੁਰੂ ਗ੍ਰੰਥ ਸਾਹਿਬ ਬਾਣੀ ਜਹਾਜ਼ ਹੈ।
ਬਾਣੀ ਪੜ੍ਹ ਲਓ ਤਾਂ ਵੀ ਪਾਰ ਲੰਘ ਜਾਓਗੇ, ਨਾਮ ਜਪ ਲਓ ਤਾਂ ਵੀ ਪਾਰ ਲੰਘ ਜਾਓਗੇ। ਅੱਛਾ ਇਹ ਵੀ ਗੱਲ ਹੈ, ਤੁਸੀਂ ਜਿੰਨੀ ਮਰਜ਼ੀ ਯੂਨੀਵਰਸਿਟੀ ਤੋਂ ਡਿਗਰੀਆਂ ਲੈ ਕੇ ਆ ਜਾਓ, ਜਿੱਥੇ ਮਰਜ਼ੀ ਪੜ੍ਹਾਈਆਂ ਕਰ ਲਓ, ਵੱਡੇ ਵੱਡੇ ਗ੍ਰੰਥ ਪੜ੍ਹ ਲਓ, ਜਿੰਨਾ ਚਿਰ ਨਾਮ ਨਹੀਂ ਜਪਦੇ ਗੁਰਬਾਣੀ ਦੀ ਸਮਝ ਨਹੀਂ ਆਉਂਦੀ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਜਿਹੜਾ ਸਭ ਤੋਂ ਵੱਡਾ ਪੁਰਾਤਨ ਟੀਕਾ ਹੈ ਨਾ ਗੁਰੂ ਗ੍ਰੰਥ ਸਾਹਿਬ ਦਾ, ਫਰੀਦਕੋਟ ਟੀਕਾ, ਜਿਹਦੇ 'ਚ 8 ਮਹਾਨ ਵਿਦਵਾਨਾਂ ਨੇ 8 ਸਾਲ ਲਗਾਤਾਰ ਮਿਹਨਤ ਕਰਕੇ ਲਿਖਿਆ ਸੀ। ਅੱਜ ਤੋਂ 150 ਸਾਲ ਪਹਿਲਾਂ, ਪੌਣੇ 200 ਸਾਲ ਪਹਿਲਾਂ ਉਹ ਟੀਕਾ ਤਿਆਰ ਹੋਇਆ ਸੀ, 1877 ਵਿੱਚ ਛਪਿਆ ਸੀ। ਉਹਦੀ ਭੂਮਿਕਾ ਰਾਗੀ ਭਾਈ ਲੱਧਾ ਸਿੰਘ ਦੀ ਫਰੀਦਕੋਟ ਦਰਬਾਰੀ ਰਾਗੀ ਸਨ ਤੇ ਗਿਆਨੀ ਬਦਨ ਸਿੰਘ ਦੀ ਸੇਖਵਾਂ, ਉਹਨਾਂ ਦੋਹਾਂ ਮਹਾਂਪੁਰਸ਼ਾਂ ਨੇ ਲਿਖੀ ਹੈ। वो कहते हैं श्री गुरु ग्रंथ साहब जी को समझने के लिए संसारी विद्या इतनी महत्वपूर्ण नहीं है जितना नाम सिमरन अभ्यास जरूरी है। नाम जपने से गुरबाणी की समझ आती है, अनुभव खुलता है और गुरबाणी पढ़ने से नाम जपने की प्रेरणा मिलती है। कला नाम जपी जावे ਉਹਨੂੰ ਰਸਤਾ ਨਹੀਂ ਲੱਗਣ ਲੱਭਣਾ। ਆਖੋ ਸ੍ਰੀ ਅੱਗੇ ਨਾਮ ਤਾਂ ਜਪ ਰਿਹਾ ਪਰ ਸੁਰਤ ਅੱਗੇ ਕਿੱਥੇ ਜਾਏਗੀ ਜੇ ਗੁਰੂ ਨਹੀਂ ਮਿਲਿਆ ਤੇ। ਗੁਰਬਾਣੀ ਗੁਰੂ ਹੈ ਤੇ ਗੁਰਬਾਣੀ ਦੀ ਸਮਝ ਤਾਂ ਆਵੇਗੀ ਜੇ ਨਾਮ ਜਪੇਗਾ ਤੇ। ਇਸ ਕਰਕੇ ਨਾਮ ਬਾਣੀ ਦੋਵੇਂ ਪੂਰਕ ਹਨ ਇੱਕ ਦੂਜੇ ਦੇ। ਇਹ ਦੋਵੇਂ ਜਹਾਜ਼ ਗੁਰੂ ਸਾਹਿਬ ਨੇ ਬਣਾਏ ਹਨ। ਹਾਂਜੀ, ਸਾਗਰ ਅਗਨ ਸੰਸਾਰ ਅਗਾ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ, ਇਹ ਸੰਸਾਰ ਅੱਗ ਦਾ ਸਮੁੰਦਰ ਹੈ, ਜਿਸ ਪੁਲ ਆਸ਼ਰੈ ਇਹ ਤਰ ਜਾਹੂ। ਇਹ ਗੁਰੂ ਗ੍ਰੰਥ ਸਾਹਿਬ ਪੁਲ ਬਣਾ ਦਿੱਤਾ ਜੇ। ਪੁਲ ਦੇ ਆਸਰੇ ਲੂਲੇ ਲੰਗੜੇ ਵੀ ਲੰਘ ਜਾਂਦੇ ਆ, ਪੁਲ ਦੇ ਆਸਰੇ, ਤੇ ਉਹ ਵੀ ਜਿਨ੍ਹਾਂ ਦੇ ਵਿਚਾਰ ਲੱਤਾਂ ਹੀ ਕੋਈ ਨਹੀਂ ਉਹ ਵੀ ਲੰਘ ਜਾਂਦੇ ਆ। ਜਿਨ੍ਹਾਂ ਕੋਲ ਗਿਆਨ ਨਹੀਂ, ਭਗਤੀ ਨਹੀਂ, ਕੋਈ ਜਗ ਨਹੀਂ, ਕੋਈ ਤਪ ਨਹੀਂ, ਕੋਈ ਦਾਨ ਨਹੀਂ, ਜਿਨ੍ਹਾਂ ਕੋਲ ਬੁੱਧੀ ਵੀ ਕੋਈ ਨਹੀਂ, ਉਹ ਵੀ ਗੁਰਬਾਣੀ ਦੇ ਆਸਰੇ ਭਵ ਸਾਗਰ ਤੋਂ ਪਾਰ ਲੰਘਣਗੇ। ਇਹ ਪਰਉਪਕਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਚ ਰਹੇ ਨੇ ਕਰਨਗੇ। ਤੇ ਜਦੋਂ ਪੋਥੀਆਂ ਦਾ ਪ੍ਰਕਾਸ਼ ਕੀਤਾ ਹੈ, ਪੋਥੀਆਂ ਦੇ ਦਰਸ਼ਨ ਕੀਤੇ ਨੇ, ਅੱਖਾਂ ਵਿੱਚ ਬੈਰਾਗ ਦਾ ਜਲ ਛਾ ਗਿਆ। ਆਪਣੇ ਗੁਰਦੇਵ ਪਾਤਸ਼ਾਹ ਵੱਡਿਆਂ ਦੀ 4 ਪਾਤਸ਼ਾਹੀਆਂ ਦੀ ਬਾਣੀ ਪੜ੍ਹੀ ਤੇ ਨਾਲ ਹੀ ਕਿਹਾ, ਪਿਉ ਦਾਤੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਕੂਟ ਅਤੋਲ। ਖਾਵ ਹੈ ਖਰਚ ਹੈ ਰਲ ਮੇਲ ਭਾਈ, ਤੋਟ न ਆਵੈ ਵਸਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਦਇਆ ਰਲਾਏ। ਜਿਹਦੇ ਭਾਗ ਚੰਗੇ ਹੋਣਗੇ, ਜਿਹਦੇ ਕਰਮ ਚੰਗੇ ਹੋਣਗੇ, ਉਹ ਗੁਰਬਾਣੀ ਦੇ ਇਸ ਖਜ਼ਾਨੇ ਨਾਲ ਜੁੜੇਗਾ। ਅੱਜ ਅਸੀਂ ਇਹ ਤਾਂ ਦੇਖਦੇ ਹਾਂ, ਜਿਹੜੇ ਗੁਰਦੁਆਰੇ ਦੀ ਗੋਲਕ ਚੰਗੀ ਹੈ ਕਹਿੰਦੇ ਗੁਰਦੁਆਰਾ ਵੱਡਾ ਹੈ, ਜਿਹਦੀ ਗੋਲਕ ਛੋਟੀ ਹੈ ਗੁਰਦੁਆਰਾ ਛੋਟਾ ਹੈ। ਪਰ ਜਿਹੜਾ ਖਜ਼ਾਨਾ ਗੁਰੂ ਨੇ ਦਿੱਤਾ ਉਹ ਕਦੀ ਖੋਲ ਕੇ ਵੇਖਦੇ ਨਹੀਂ, ਮੱਥਾ ਟੇਕ ਕੇ ਚਲੇ ਜਾਂਦੇ ਆ। ਪਿਆਰਿਓ, ਗੁਰੂ ਕੀ ਬਾਣੀ ਦੇ ਖਜ਼ਾਨੇ ਨਾਲ ਸਾਂਝ ਪਾਓ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਬਣ ਜਾਵਾਂਗੇ। ਇਤਨੇ ਬਚਨ ਪ੍ਰਵਾਨ ਕਰਨੇ ਗੁਰੂ ਦੀਆਂ ਸੰਗਤਾਂ ਨੇ ਬੜੇ ਪ੍ਰੇਮ ਨਾਲ ਹਾਜ਼ਰੀ ਭਰੀ ਹੈ। ਇਸ ਗੁਰੂ ਘਰ ਦੀਆਂ ਸਮੂਹ ਸੰਗਤਾਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਤਿਕਾਰਯੋਗ ਸਿੰਘ ਸਾਹਿਬ ਜੀ, ਹੈਡ ਗ੍ਰੰਥੀ ਸਾਹਿਬ ਜੀ ਅਤੇ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਦਾ, ਸਾਰੇ ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਧੰਨਵਾਦ ਹੈ ਜੋ ਆਪ ਜੀ ਨੇ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ ਹੈ। ਔਰ ਸਤਿਕਾਰਯੋਗ ਇਹ ਨੌਜਵਾਨ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤੱਕ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ ਬ੍ਰਹਮ ਗਿਆਨੀ ਜਦੋਂ ਸਤਿਗੁਰੂ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਚਲੇ ਗਏ 5 ਸਿੱਖਾਂ ਨੂੰ ਲੈ ਕੇ, 1800 ਘੋੜੇ, 1800 ਘੋੜ ਸਵਾਰ ਫੌਜ ਮਜਨੂ ਦੇ ਟਿੱਲੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪ ਕੇ ਗਏ। ਤੇ ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਉਹ ਸਾਰੀ ਫੌਜ ਨੂੰ ਹਰਿਆਣੇ ਦੇ ਇਲਾਕੇ ਵਿੱਚ, ਉਸ ਇਲਾਕੇ ਵਿੱਚ ਜਿੱਥੇ ਖੁੱਲ੍ਹਾ ਘਾਹ ਸੀਗਾ, ਉੱਥੇ ਲੈ ਕੇ ਗਏ। ਆਪ ਸ੍ਰੀ ਅੰਮ੍ਰਿਤਸਰ ਜਾ ਕੇ ਚੌਂਕੀਆਂ ਦੀ ਮਰਿਆਦਾ ਸਥਾਪਿਤ ਕੀਤੀ। ਮਾਤਾ ਗੰਗਾ ਜੀ ਨੂੰ ਮਿਲੇ। ਜਦੋਂ ਮਾਤਾ ਗੰਗਾ ਜੀ ਪੂਜਨੀਕ, ਉਹਨਾਂ ਨੂੰ ਜਾ ਕੇ ਦੱਸਿਆ ਵੀ ਸਤਿਗੁਰੂ ਗਵਾਲੀਅਰ ਚਲੇ ਗਏ ਨੇ, ਬਾਦਸ਼ਾਹ ਨੇ ਇੱਕ ਛੜਯੰਤਰ ਦੇ ਨਾਲ ਸਤਿਗੁਰਾਂ ਨੂੰ ਗਵਾਲੀਅਰ ਭੇਜਿਆ ਹੈ। ਤਾਂ ਮਾਤਾ ਜੀ ਨੇ ਬਚਨ ਕੀਤਾ ਕਿ ਸਤਿਗੁਰਾਂ ਨੂੰ ਲੈ ਕੇ ਆਓ, ਭਾਵੇਂ ਜੰਗ ਲੜਨਾ ਪਵੇ, ਲੈ ਕੇ ਆਓ, ਕਿਉਂਕਿ ਮੈਂ ਉਹਨਾਂ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਸਕਦੀ। ਆਪਣੇ ਪੁੱਤਰ ਨੂੰ ਵੇਖੇ ਬਿਨਾਂ ਮੈਨੂੰ ਚੈਨ ਨਹੀਂ ਆਉਂਦਾ। ਮਾਤਾ ਗੰਗਾ ਜੀ ਦਾ ਬਚਨ ਪਾ ਕੇ ਬਾਬਾ ਬੁੱਢਾ ਸਾਹਿਬ ਨੇ ਸਾਰੇ ਪੰਜਾਬ, ਹਿੰਦੁਸਤਾਨ ਵਿੱਚ ਜਿੱਥੇ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਸੀ, ਹੁਕਮ ਭੇਜਿਆ ਵੀ ਭਾਈ ਜੋ ਵੀ ਕਿਸੇ ਕੋਲ ਸ਼ਸਤਰ ਹੈ, ਡਾਂਗ, ਸੋਟਾ, ਤਲਵਾਰ, ਬਰਛਾ, ਬੰਦੂਕ ਲੈ ਕੇ ਆ ਜਾਓ। 32,000 ਨੌਜਵਾਨ ਇਕੱਠਾ ਹੋ ਗਿਆ ਤੇ ਚਾਲੇ ਪਾ ਦੇ ਗਵਾਲੀਅਰ ਨੂੰ। ਉਧਰੋਂ ਬਾਦਸ਼ਾਹ ਨੂੰ ਕਲਾ ਵਰਤਾ ਕੇ ਗੁਰੂ ਸਾਹਿਬ ਜੀ ਕਿਲੇ ਤੋਂ 52 ਰਾਜਿਆਂ ਨੂੰ ਬਾਹਰ ਲੈ ਕੇ ਆ ਗਏ। ਬੜਾ ਲੰਮਾ ਇਤਿਹਾਸ ਹੈ। ਤੇ ਜਦੋਂ ਸਾਹਮਣੇ ਬਾਬਾ ਬੁੱਢਾ ਜੀ ਦੀ ਫੌਜ ਵੇਖੀ, ਕਹਿਣ ਲੱਗੇ ਬਾਬਾ ਜੀ ਤੁਹਾਨੂੰ ਤਾਂ 1800 ਸਿੱਖ ਦਿੱਤੇ ਸੀ, ਇਹ ਤਾਂ ਹਜ਼ਾਰਾਂ ਹੀ ਲੈ ਆਏ ਹੋ।
ਕਹਿੰਦੇ ਮਹਾਰਾਜ ਅੱਜ ਤੁਸੀਂ ਕਿਲੇ ਤੋਂ ਬਾਹਰ ਨਾ ਨਿਕਲਦੇ, ਅਸੀਂ ਕਿਲਾ ਤੋੜ ਦੇਣਾ ਸੀ। ਉਸ ਵੇਲੇ ਫਿਰ ਸਤਿਗੁਰਾਂ ਨੇ ਬਚਨ ਕੀਤਾ, ਇਹ ਬੁੱਢਾ ਦਲ ਤੁਹਾਡਾ ਦਲ ਚੱਲੇਗਾ। ਸੋ ਖਾਲਸਾ ਜੀ, ਇਹ ਪੁਰਾਤਨ ਜਥੇਬੰਦੀ ਖਾਲਸੇ ਪੰਥ ਦੀ ਹੈ। ਸਾਰੀਆਂ ਸੰਪਰਦਾਵਾਂ ਸ਼ਾਖਾਵਾਂ ਇਹਦੇ ਵਿੱਚੋਂ ਹੀ ਪ੍ਰਗਟ ਹੋਈਆਂ ਹਨ। ਇਹ ਨੌਜਵਾਨ ਵੀਰ ਗੁਰੂ ਦੀਆਂ ਲਾਡਲੀਆਂ ਫੌਜਾਂ, ਸ਼ਸਤਰਧਾਰੀ ਬਾਣੀ ਬਾਣੇ ਦੇ ਧਾਰਨੀ ਹਨ, ਵਿਦਵਾਨ ਹਨ। ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਆਦਿ ਇੱਥੋਂ ਦੇ ਸਾਰੇ ਹੀ ਨੌਜਵਾਨ ਗੁਰੂ ਕੇ ਪਿਆਰੇ, ਇਹਨਾਂ ਨੇ ਉਦਮ ਉਪਰਾਲਾ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਈਏ ਔਰ ਸਾਰੇ ਵਿਸ਼ਵ ਨੂੰ, ਆਪਾਂ ਦੇ ਆਪਣੇ ਬੱਚਿਆਂ ਨੂੰ ਬਾਣੀ ਨਹੀਂ ਪੜ੍ਹਾ ਸਕੇ, ਸਾਨੂੰ ਤਾਂ ਗੁਰੂ ਨੇ ਡਿਊਟੀ ਲਾਈ ਸਾਰੀ ਦੁਨੀਆ ਨੂੰ ਬਾਣੀ ਪੜ੍ਹਾਉਣੀ ਹੈ। ਘਰ ਘਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਹੁੰਚਣੀ ਚਾਹੀਦੀ ਹੈ, ਤਾਂ ਕਿ ਤਪਦੇ ਬਲਦੇ ਸੜਦੇ ਸੰਸਾਰ ਦੇ ਹਿਰਦੇ ਨੂੰ ਠੰਡ ਪੈ ਜਾਵੇ। ਇਤਨੇ ਬਚਨ ਪ੍ਰਵਾਨ ਕਰਨੇ ਹੈ।